ਖੜਿਆਲ ਸਾਹਿਬ ਦਾ ਰੁਖ ਕਰਦੇ ਹਾਂ। ਕਾਂਗਰਸ ਤੋਂ ਸਾਡੇ ਨਾਲ ਜੁੜੇ ਹੋਏ ਨੇ। ਖੜਿਆਲ ਸਾਹਿਬ, ਲੱਗ ਰਿਹਾ ਕਿ ਸਰਕਾਰ ਪੰਜਾਬ ਦੇ ਮੁੱਦਿਆਂ ਨੂੰ ਜਿਨ੍ਹਾਂ ਨੂੰ ਲੈ ਕੇ ਰੇੜਕਾ ਗੁਆਂਢੀਆਂ ਦੇ ਨਾਲ ਸੈਂਟਰ ਦੇ ਨਾਲ ਰਿਹਾ ਉਸ ਨੂੰ ਮਜ਼ਬੂਤੀ ਨਾਲ ਚੁੱਕਣ ਦੇ ਵਿੱਚ ਕਾਮਯਾਬ ਰਹੀ ਹੈ। गौरव जी सवाल ਲਈ गौरव जी सब तो पहली गल ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਜੀ ਕਿ ਜਿਹੜਾ ਅੱਜ ਕਿਸਾਨਾਂ ਦੇ ਨਾਲ ਧੱਕਾ ਹੋਇਆ ਉਹ ਵੈਨਿਊ ਦੇ ਬਾਹਰ 에ਅਰਪੋਰਟ ਦੇ ਕੋਲੇ ਉਹਨਾਂ ਨੂੰ ਡਿਟੇਨ ਕੀਤਾ ਗਿਆ ਕਿਉਂਕਿ ਉਹ ਪੀਸਫੁਲੀ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਸ਼ਾਂਤਮਈ ਤਰੀਕੇ ਨਾਲ ਧਰਨਾ ਆਪਦਾ ਦਰਜ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ, ਵਿਰੋਧ ਦਰਜ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਜਿਹੜੇ ਕਿਸਾਨਾਂ ਦੇ ਨਾਲ ਧੱਕੇ ਹੋਏ ਹੈ, ਜ਼ਾਤੀਆਂ ਹੋਈਆਂ ਹੈ ਤੇ ਉਹਨਾਂ ਨੂੰ ਡਿਟੇਨ ਕੀਤਾ ਗਿਆ। ਆਮ ਆਦਮੀ ਪਾਰਟੀ ਦੀ ਸਰਕਾਰ ਇਹ ਦੱਸੇ ਕਿ ਇਹਦੀ ਕੀ ਅਕਾਊਂਟੇਬਿਲਿਟੀ ਫਿਕਸ ਕਰੋਗੇ ਪੁਲਿਸ ਵਾਲਿਆਂ ਦੀ ਜਿਨ੍ਹਾਂ ਨੇ ਡਿਟੇਨ ਕੀਤਾ। ਕਦੇ ਲਾਇਰਸ ਨਾਲ ਧੱਕਾ ਗੌਰਵ ਜੀ, ਕਦੇ ਕਿਸਾਨਾਂ ਨਾਲ ਧੱਕਾ, ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਕੁਛ ਨਹੀਂ ਰਹੀ ਹੈ। ਇਹਦਾ ਜਵਾਬ ਦਿਓ। ਦੂਜਾ ਦੇਖੋ, ਜਿਹੜਾ ਮੁੱਦਾ ਇਹਨਾਂ ਨੇ ਚੱਕਿਆ ਨਾ ਗੌਰਵ ਜੀ SYL ਦਾ, ਮੈਂ ਇਹਨਾਂ ਨੂੰ ਕਹੂੰਗਾ ਕਿ ਤੁਸੀਂ ਰਾਈਪੇਰੀਅਨ ਪ੍ਰਿੰਸੀਪਲ ਦਾ ਜ਼ਿਕਰ ਕੀਤਾ, ਬਹੁਤ ਅੱਛੀ ਗੱਲ ਹੈ, ਲੇਕਿਨ ਸੁਪਰੀਮੋ ਕੇਜਰੀਵਾਲ ਸਾਹਿਬ ਨੂੰ ਤਾਂ ਦੱਸ ਦਿਓ। ਉਹ ਤਾਂ ਓਪਨਲੀ ਕਹਿ ਰਹੇ ਆ ਵੀ ਦੋਵੇਂ ਸੂਬਿਆਂ ਦਾ ਹੱਕ ਹੈ SYL ਦੇ ਪਾਣੀ ਤੇ, ਆਪ ਹੀ ਸਾਡੇ ਹੱਕ ਨੂੰ ਡਿਸੋਲਵ ਬੇਸਿਕਲੀ ਖਤਮ ਕਰ ਰਹੇ ਹੈ, ਜੜ ਤੋਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ। ਤੇ ਰਾਈਪੇਰੀਅਨ ਪ੍ਰਿੰਸੀਪਲ ਪਹਿਲਾਂ ਕੇਜਰੀਵਾਲ ਸਾਹਿਬ ਨੂੰ ਦੱਸੋ ਵੀ ਹੁੰਦਾ ਕੀ ਹੈ ਤੇ ਕਿਉਂ ਸਿਰਫ ਪੰਜਾਬ ਦਾ ਹੱਕ ਹੈ। ਪਰ ਇਹ ਕੰਸਰਨ ਹੈ ਜਿਹੜੇ 4-5 ਮੁੱਦੇ ਤੁਸੀਂ ਦੱਸੇ ਹੈ, ਇਹ ਕੰਸਰਨ ਬਹੁਤ ਇੰਪੋਰਟੈਂਟ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪ੍ਰਾਇੋਰਟੀ ਹਮੇਸ਼ਾ ਵੋਟ ਹੈ, ਇਲੈਕਸ਼ਨਸ ਹੈ, ਵੈਲਫੇਅਰ ਬਾਅਦ ਚਾਹੁੰਦਾ। ਮੈਂ ਤੁਹਾਨੂੰ ਦੱਸਦਾ ਕਿਵੇਂ। ਹੁਣ ਦੂਜਾ ਆ ਜਾਓ, RDF ਦਾ ਇਸ਼ੂ ਹੈ। RDF ਦੇ ਇਸ਼ੂ ਤੇ ਗੌਰਵ ਜੀ ਪਹਿਲਾਂ ਗਵਰਨਰ ਸਾਹਿਬ ਕੋਲੇ ਗਏ ਨਹੀਂ, ਇਹ ਸਿੱਧਾ ਚਲੇ ਗਏ ਸੁਪਰੀਮ ਕੋਰਟ, ਪੈਸਾ ਖਰਚ ਕੇ ਪੰਜਾਬ ਦੇ ਟੈਕਸਪੇਅਰ ਦਾ, ਤੇ ਇਹਨਾਂ ਨੇ ਵਕੀਲ ਸਾਹਿਬ ਐਂਗੇਜ ਕੀਤੇ, ਗਰੇਵਾਲ ਸਾਹਿਬ ਦੱਸਣ ਉਹਨਾਂ ਦੀ ਪਰ ਅਪੀਅਰੈਂਸ ਫੀਸ ਕਿੰਨੀ ਹੈ, ਉਹਨਾਂ ਦੀ ਟੋਟਲ ਫੀਸ ਕਿੰਨੀ ਹੈ, ਤੇ ਕੀ ਤੁਸੀਂ ਆਪਦੀ ਜੇਬ ਚੋਂ ਭਰ ਰਹੇ ਹੋ ਜਾਂ ਪੰਜਾਬ ਦਾ ਟੈਕਸਪੇਅਰ ਜੇਬ ਚੋਂ ਭਰ ਰਿਹਾ ਹੈ। ਪਹਿਲਾਂ ਇਲੈਕਸ਼ਨ ਦਿੰਦੇ ਹੁੰਦੇ ਸੀਗੇ। ਫਿਰ ਗੌਰਵ ਜੀ ਜਦੋਂ ਸੁਪਰੀਮ ਕੋਰਟ ਚਲੇ ਗਏ, ਮੈਟਰ ਸਬਜੁਡਿਸ ਹੋ ਗਿਆ, ਫਿਰ ਗਵਰਨਰ ਸਾਹਿਬ ਕੋਲੇ ਆ ਗਏ। ਗਵਰਨਰ ਸਾਹਿਬ ਨੂੰ ਕਹਿੰਦੇ ਵੀ ਸਾਡੀ ਇਹ ਸਾਨੂੰ ਪੈਸਾ ਦਵਾਇਆ ਜਾਵੇ। ਗਵਰਨਰ ਸਾਹਿਬ ਨੇ ਕਲੀਅਰ ਸ਼ਬਦਾਂ ਵਿੱਚ ਕਹਿੰਦਾ ਵੀ ਮੈਟਰ ਜਿਹੜਾ ਹੈਗਾ ਸਬਜੁਡਿਸ ਹੈ, ਜਿੰਨਾ ਚਿਰ ਫੈਸਲਾ ਨਹੀਂ ਆਉਂਦਾ ਸਾਨੂੰ ਉਡੀਕਣਾ ਪਊਗਾ। ਠੀਕ ਹੈ। ਤੇ ਹੁਣ ਮੈਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਗੱਲ ਦੱਸੇ ਕਿ ਤੁਸੀਂ ਜਦੋਂ ਇਹ ਕਰਦੇ ਹੋ ਪ੍ਰੋਸੀਜਰ, ਤੁਹਾਨੂੰ ਨਹੀਂ ਸਮਝ ਇਹਦੀ ਪ੍ਰੋਸੀਜਰ ਦੀ ਐਕਸਪੀਰੀਅੰਸ ਨਹੀਂ ਹੈ, ਉਦੋਂ ਕੀ ਹੁੰਦਾ ਗੌਰਵ ਜੀ? ਹੁਣ ਖੁਦਾ ਨਾ ਖਾਸਤਾ ਅਸੀਂ ਉਮੀਦ ਕਰਦੇ, ਐਕਸਪੈਕਟ ਕਰਦੇ ਫੈਸਲਾ ਸਾਡੇ ਹੱਕ ਚ ਆਵੇ, ਠੀਕ ਹੈ, ਖੁਦਾ ਨਾ ਖਾਸਤਾ ਜੇ ਫੈਸਲਾ ਖਿਲਾਫ ਆ ਗਿਆ ਤਾਂ ਗਵਰਨਰ ਸਾਹਿਬ ਕੀ ਫੈਸਲੇ ਦੇ ਉਲਟ ਜਾ ਸਕਣਗੇ? ਤੇ ਕਿਉਂ ਨਹੀਂ ਗਵਰਨਰ ਸਾਹਿਬ ਨਾਲ ਪਹਿਲਾਂ ਗੱਲ ਕਰ ਸਕੇ? ਜੇ ਕਹਿਣ ਵੀ ਉਹ ਸੁਣਦੇ ਨਹੀਂ ਹੈ ਫਿਰ ਹੁਣ ਕਿਉਂ ਗਏ ਹੋ ਤੁਸੀਂ? ਤੇ ਨਾਲੇ ਤੀਜੀ ਗੱਲ ਜੇ ਵੇਰਵਾ ਦੇ ਕੇ ਵੀ ਪੈਸਾ ਕਿੱਥੇ ਖਰਚਿਆ ਹੈ, ਕਰਜ਼ਾ ਕਿਉਂ ਲਿਆ ਹੈ, ਤੇ ਦੇ ਕੇ ਜੇ ਵੇਰਵਾ ਤੇ ਪੰਜਾਬ ਨੂੰ RDF ਦਾ ਪੈਸਾ ਮਿਲ ਸਕਦਾ ਹੈ ਜੀ, ਫਿਰ ਤੁਸੀਂ ਦੇਸ਼ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦਿੱਕਤ ਕੀ ਹੈ? ਫਿਰ ਗੌਰਵ ਜੀ ਤੀਜਾ ਚੰਡੀਗੜ੍ਹ ਦਾ ਇਸ਼ੂ ਜੀ, ਜਦੋਂ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਅਲਾਟ ਹੋਈ ਹੈ ਨਾ ਹਰਿਆਣੇ ਨੂੰ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਉਹ ਕਹਿੰਦਾ ਨਾ ਕਿ ਆਪਣਾ ਜਦੋਂ ਸਾਰਾ ਕੁਝ ਹੋ ਗਿਆ, ਲੈਂਡ ਵੀ ਅਲਾਟ ਹੋ ਗਿਆ ਵੱਖਰੀ ਵਿਧਾਨ ਸਭਾ ਲਈ ਹਰਿਆਣਾ ਨੂੰ, ਉਦੋਂ ਰੌਲਾ ਪਾਉਣ ਲੱਗੀ ਆਮ ਆਦਮੀ ਪਾਰਟੀ ਦੀ ਸਰਕਾਰ। 1 ਸਾਲ ਇਹ ਪ੍ਰੋਸੈਸ ਚੱਲਦਾ ਰਿਹਾ ਗੌਰਵ ਜੀ। ਅਮਿਤ ਸ਼ਾਹ ਸਾਹਿਬ ਨੇ ਕਦੋਂ ਇਹ ਚੀਜ਼ ਅਨਾਉਂਸ ਕੀਤੀ ਸੀ ਵੀ ਅਸੀਂ ਅਲਾਟ ਕਰਾਂਗੇ, ਉਦੋਂ ਕੁਝ ਨਹੀਂ ਬੋਲੇ, ਕੋਈ ਵਿਰੋਧ ਨਹੀਂ ਦਰਜ ਕਰਾਇਆ, ਕੋਈ ਮੀਟਿੰਗਾਂ ਨਹੀਂ ਕੀਤੀਆਂ, ਕੋਈ ਕੋਰਟ ਨਹੀਂ ਗਏ। ਅੱਜ ਕਹਿ ਰਹੇ ਆ ਕਿ ਅਸੀਂ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਬਣਾਉਣ ਨਹੀਂ ਦੇਵਾਂਗੇ। ਪਹਿਲਾਂ ਕੋਈ ਚੁੱਪ ਸੀਗੇ ਤੇ ਨਾਲੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀ ਨਹੀਂ ਕਿਹਾ ਉਦੋਂ ਸਾਨੂੰ ਵੀ ਜੀ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਦਿੱਤੀ ਜਾਵੇ। ਇਹ ਚੀਜ਼ਾਂ ਕਰਕੇ ਨਾ ਫਿਰ ਉਹ ਦੇਖ ਲਓ BPMB ਦਾ ਇਸ਼ੂ, ਸਿਟਕੋ ਦਾ ਇਸ਼ੂ, ਸੈਂਟਰਲ ਸਰਵਿਸ ਰੂਲ ਦਾ ਇਸ਼ੂ। ਠੀਕ ਹੈ, ਮੈਂ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗਾ। ਤੁਹਾਡਾ ਪੁਆਇੰਟ ਆ ਗਿਆ ਜਿੰਨਾ ਮੈਂ ਸਮਝ ਪਾ ਰਿਹਾ। ਇੱਕ ਛੋਟਾ ਜਿਹਾ ਜਵਾਬ ਦੇ ਦਿਓ ਖੜਿਆਲ ਸਾਹਿਬ ਇੱਕ ਪੁਆਇੰਟ ਦਾ। ਤੁਸੀਂ SYL ਤੇ ਸਟੈਂਡ ਦਾ ਜ਼ਿਕਰ ਕਰਦੇ ਹੋ, ਪਰ ਗੱਲ ਵਾਰ-ਵਾਰ ਤੁਹਾਨੂੰ ਇਨਫੈਕਟ ਆਮ ਆਦਮੀ ਪਾਰਟੀ ਕਰਦੀ ਹੈ ਸਵਾਲ ਕਿ ਜਿਨ੍ਹਾਂ ਦੀ ਵੀ ਹਾਈ ਕਮਾਂਡ ਦਿੱਲੀ ਦੇ ਵਿੱਚ ਹੈ, ਸਭ ਦੇ ਸਟੈਂਡ ਇੱਕ ਵੱਖਰੇ ਤਰੀਕੇ ਨਾਲ ਹਰ ਸਟੇਟ ਦੇ ਵਿੱਚ ਨਜ਼ਰ ਆਉਂਦੇ ਨੇ। ਦੇਖੋ ਗੌਰਵ ਜੀ, ਐਂ ਗੱਲ ਕਿ ਇਹ ਮੁੱਦਾ ਹੈਗਾ ਪੰਜਾਬ ਤੇ ਹਰਿਆਣਾ ਦੇ ਵਿੱਚ, ਤੇ ਸਭ ਨੂੰ ਪਤਾ ਹੈ ਵੀ ਦਿੱਲੀ ਦੀ ਹਾਈ ਕਮਾਂਡ ਕਿੰਨੀ ਜ਼ਿਆਦਾ ਇਨਵੋਲਵਡ ਹੈ ਪੰਜਾਬ ਦੀ ਗਵਰਨੈਂਸ ਦੇ ਵਿੱਚ, ਕਿਵੇਂ ਸੁਪਰਵਿਜ਼ਨ ਹੁੰਦੀ ਹੈ, ਕਿਵੇਂ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹਰੇਕ ਚੀਜ਼ ਨੂੰ ਬਰੀਕੀ ਨਾਲ ਮੋਨੀਟਰ ਕਰਦੀ ਹੈ ਦਿੱਲੀ ਤੋਂ। ਠੀਕ ਹੈ, ਗੌਰਵ ਦੀ ਪ੍ਰੋਬਲਮ ਇਹ ਹੈ ਕਿ ਸੁਪਰੀਮੋ ਸਾਹਿਬ ਦੀ ਚੱਲਦੀ ਹੈ। ਸੁਪਰੀਮੋ ਸਾਹਿਬ ਤੁਸੀਂ ਇਲਜ਼ਾਮ ਇਹ ਲਗਾ ਰਹੇ ਹੋ ਕਿ ਸੁਪਰਵਿਜ਼ਨ ਜ਼ਿਆਦਾ ਹੈ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ, ਇਸ ਕਰਕੇ ਉਹਨਾਂ ਦੇ ਜਿਹੜੀ ਜਵਾਬਦੇਹੀ ਜ਼ਿਆਦਾ ਬਣ ਰਹੀ ਹੈ। ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ ਇੱਕ ਵਾਰ। ਸਾਡੀ ਹਾਈ ਕਮਾਂਡ ਨੇ ਕਦੇ SYL ਤੇ ਆਪਣਾ ਇੰਟਰਫੇਰੈਂਸ ਨਹੀਂ ਕੀਤੀ, ਇਹਨਾਂ ਦੀ ਹਾਈ ਕਮਾਂਡ ਨੂੰ ਇੰਟਰਫੇਅਰ ਕਰਨ ਦੀ ਲੋੜ ਸੀ। ਠੀਕ ਹੈ, ਚਲੋ ਆਪਾਂ ਜਵਾਬ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਗਰੇਵਾਲ ਸਾਹਿਬ ਸਾਡੇ ਨਾਲ ਕੁਝ ਹੀ ਪਲਾਂ ਜੁੜ ਜਾਣਗੇ। ਹਰਿਆਣੇ ਚ ਇਲੈਕਸ਼ਨ ਹੋਣੇ ਗੌਰਵ ਜੀ, ਜੀ ਜੀ, ਤਾਂ ਕਰਕੇ ਹੋ ਸਕਦਾ ਕਿ ਸਾਡਾ ਹੱਕ ਹੀ ਛੱਡ ਦੇ ਇਹ। ਤੇ ਮੈਂ
ਕਹੂੰਗਾ ਇਹ ਕੇਜਰੀਵਾਲ ਸਾਹਿਬ ਦੇ ਬਿਆਨ ਨੂੰ ਕੰਡੈਮ ਕਰਨ ਇੱਥੇ ਜੇ ਵਾਕਈ ਕਹਿੰਦੇ ਪੰਜਾਬ ਦਾ ਹੱਕ ਹੈ ਸਰ। ਠੀਕ ਹੈ, ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ। ਮੈਂ ਇੱਕ ਵਾਰ ਸਾਰੇ ਮਹਿਮਾਨਾਂ ਦਾ ਰੁਖ ਕਰ ਲਵਾਂ। ਸਾਡੇ ਨਾਲ ਭੁੱਲਰ ਸਾਹਿਬ ਜੁੜੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਤੋਂ। ਹਰਜੀਤ ਭੁੱਲਰ ਜੀ, ਲੱਗ ਰਿਹਾ ਕਿ ਮਜ਼ਬੂਤੀ ਦੇ ਨਾਲ ਪੱਖ ਰੱਖਿਆ ਗਿਆ ਅੰਮ੍ਰਿਤਸਰ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਦੇ ਸਾਹਮਣੇ ਮੁੱਖ ਮੰਤਰੀ ਦੇ ਵੱਲੋਂ। गौरव जी गल इस तरह है कि अगर किसी ने कदी मगरमच्छी अथरू बनाया होया जी कोई इंसान नहीं देखा तो अज जो लाइव देखने वाला सीगा वो स्टेज के उत्ते जदों लोड़ सी उदन ते तुसी जाके केजरीवाल की चाकरी करते रहे हो, हैलीकॉप्टर लैके उन्होंने सारा देश घुमाते रहे हो। जिदन लोड़ सीगी तुसी जाके दिल्ली दीयां बरूहां ते बहिंदे रहे हो। ते अज मगरमच्छी अथरू भगाउण लग गए तुसी उत्थे। ਅੱਜ ਤੁਸੀਂ ਇਹ ਦੱਸਣ ਲੱਗੇ ਵੀ ਪੀਓਯੂ ਦਾ ਮਾਮਲਾ ਹੈ ਜੀ, ਅੱਜ ਜੀ ਸਾਡਾ ਆਰਡੀਐਫ ਦਾ ਪੈਸਾ ਰੁਕਿਆ ਹੋਇਆ ਜੀ, ਅੱਜ ਜੀ ਫਲਾਣਾ ਕੰਮ ਸਾਡਾ ਰੁਕਿਆ ਹੋਇਆ ਜੀ, ਸਾਨੂੰ ਅੱਜ ਮੁਆਵਜ਼ਾ ਨਹੀਂ ਮਿਲਿਆ ਜੀ। ਤੇ ਇਹ ਦੱਸੋ ਵੀ ਦਿੱਲੀ ਉਹਦੇ ਵਾਸਤੇ ਕੀ ਦੂਰ ਹੈ ਜਿਹੜਾ ਹਰ ਹਫਤੇ ਦੇ ਵਿੱਚ 6 ਦਿਨ ਦਿੱਲੀ ਦੇ ਵਿੱਚ ਦਿੱਲੀ ਦੇ ਸੁਪਰੀਮੋ ਜਿਹੜੇ ਇਹਨਾਂ ਦੇ ਨੇ ਉਹਨਾਂ ਦੇ ਜਿਹੜਾ ਹੈਗਾ ਚਾਕਰੀ ਉੱਤੇ ਲੱਗਿਆ ਰਿਹਾ ਹੋਵੇ ਤੇ ਉੱਥੇ ਨਾਲ ਹੀ ਸਾਰੇ ਮੰਤਰੀ ਵੀ ਬੰਦੇ ਨੇ, ਉੱਥੇ ਨਾਲ ਹੀ ਸਾਰਾ ਪ੍ਰਧਾਨ ਮੰਤਰੀ ਜੀ ਬੰਦੇ ਆ, ਹੋਮ ਮਿਨਿਸਟਰ ਵੀ ਬੰਦੇ ਆ, ਕ੍ਰਿਸ਼ੀ ਮੰਤਰੀ ਬੰਦੇ ਆ। ਕਦੀ ਉਹ ਸਮਾਂ ਕੱਢ ਕੇ ਮਾੜਾ ਜਿਹਾ ਕਿਤੇ ਉਹਨਾਂ ਨੂੰ ਮਿਲਲੇ ਹੁੰਦੇ ਤੇ ਇਹ ਮਾਮਲੇ ਹੱਲ ਹੋ ਗਏ ਹੁੰਦੇ। ਕਿਉਂਕਿ ਆਪਾਂ ਤੇ ਹਮੇਸ਼ਾ ਹੀ ਤਲਖੀ ਵਾਲੇ ਉੱਚ ਰਹੇ ਆ ਕਿ ਜੇ ਚੰਡੀਗੜ੍ਹ ਦਾ ਮਸਲਾ ਆਇਆ ਤੇ ਤੁਸੀਂ ਕਹਿੰਦੇ ਵਿਧਾਨ ਸਭਾ ਸਾਨੂੰ ਵੀ ਦੇ ਦਿਓ ਜੀ, ਅਸੀਂ ਆਪਣੀ ਅੱਡ ਬਣਾ ਲਾਂਗੇ। ਜੇ ਪੰਜਾਬ ਯੂਨੀਵਰਸਿਟੀ ਦਾ ਮਸਲਾ ਆਇਆ ਤੇ ਪੰਜਾਬ ਯੂਨੀਵਰਸਿਟੀ ਦੇ ਮਸਲੇ ਦੇ ਵਿੱਚ ਵੀ ਤੁਸੀਂ ਜਾ ਕੇ ਮੀਟਿੰਗ 'ਚ ਬਹਿ ਕੇ ਤੁਹਾਨੂੰ ਮੀਟਿੰਗ ਜਾਣਾ ਹੀ ਨਹੀਂ ਚਾਹੀਦਾ ਸੀਗਾ, ਤੁਹਾਨੂੰ ਸਟੈਂਡ ਲੈਣਾ ਚਾਹੀਦਾ ਸੀ। ਕਾਹਦੀ ਮੀਟਿੰਗ? ਨਹੀਂ ਤੁਹਾਨੂੰ ਲੱਗਦਾ ਦਿੱਲੀ ਜਾ ਕੇ ਕਿਹੜਾ ਮਸਲਾ ਹੱਲ ਹੋ ਸਕਦਾ ਸੀਗਾ? ਤੁਸੀਂ ਜਾ ਕੇ ਉੱਥੇ ਨਹੀਂ ਇੱਕ ਸੈਕਿੰਡ ਭੁੱਲਰ ਜੀ, ਤੁਸੀਂ ਕਲੀਅਰ ਕਰ ਦਿਓ ਕਿ ਕਿਹੜਾ ਮਸਲਾ ਤੁਹਾਨੂੰ ਲੱਗਦਾ ਕਿ ਦਿੱਲੀ ਜਾ ਕੇ ਹੱਲ ਹੋ ਜਾਣਾ ਸੀ? ਮੁਆਵਜ਼ਾ ਦੇਣ ਦੀ ਗੱਲ ਹੈ ਜੀ, ਜਿਹੜਾ ਲੋਕਾਂ ਨੂੰ ਗੜੇ ਮਾਰਦਾ ਮੁਆਵਜ਼ਾ, ਜਿਹੜੀ ਸੁੰਡੀ ਦਾ ਮਾਮਲਾ ਜਿਹੜਾ ਕਪਾਹ ਨੂੰ ਲੱਗੀ, ਠੀਕ ਹੈ, ਜਿਹੜਾ ਤੁਹਾਡਾ ਆ ਹਾਰ ਆਏ ਨੇ 3 ਵਾਰੀ ਹੜ ਆ ਗਏ, ਉਹਨਾਂ ਦਾ ਜਿਹੜਾ ਮੁਆਵਜ਼ਾ ਸੀਗਾ, ਜੇ ਬਾਕੀ ਸਟੇਟਾਂ ਦੇ ਮੁੱਖ ਮੰਤਰੀ ਜਾ ਕੇ ਉੱਥੇ ਜਾ ਕੇ ਸੋਲਵ ਕਰਕੇ ਹੁਣ ਟੇਬਲ ਬੈਠ ਕੇ ਮੁਆਵਜ਼ਾ ਲੈ ਕੇ ਆ ਸਕਦੇ ਆ ਤੇ ਭਗਵੰਤ ਮਾਨ ਦੇ ਸਾਹਿਬ ਦੇ ਪੈਰਾਂ ਨੂੰ ਮਹਿੰਦੀ ਤੇ ਨਹੀਂ ਲੱਗੀ ਸੀ, ਇਹ ਵੀ ਜਾ ਸਕਦੇ ਸੀ। ਠੀਕ ਹੈ, ਇਹ ਵੀ ਜਾ ਕੇ ਉੱਥੇ ਗੱਲ ਕਰ ਸਕਦੇ ਸੀਗੇ। ਲੇਕਿਨ ਇਹ ਤੇ ਸਟੇਜਾਂ ਤੇ ਖੜ ਕੇ ਪੱਟਾਂ ਨੂੰ ਥਾਪੀਆਂ ਮਾਰ ਕੇ ਕਹਿੰਦੇ ਰਹੇ ਸਾਨੂੰ ਲੋੜ ਹੀ ਨਹੀਂ, ਸਾਡੇ ਕੋਲ ਪੈਸਾ ਹੀ ਵਾਧੂ ਹੈ, ਪੈਸੇ ਦੀ ਕੋਈ ਕਮੀ ਨਹੀਂ ਸਾਨੂੰ, ਕੋਈ ਕਮੀ ਨਹੀਂ ਸਾਨੂੰ। ਲੇਕਿਨ ਅੱਜ ਜਿਹੜੇ ਅਥਰੂ ਉੱਥੇ ਵਗਾਏ ਗਏ ਆ ਕਿ ਇਹ ਮਗਰਮੱਛੀ ਅਥਰੂਆਂ ਤੋਂ ਵੱਧ ਨਹੀਂ ਸੀਗੇ ਉਹ। ਠੀਕ ਹੈ, ਕਿਉਂਕਿ ਅੱਜ ਤੋਂ ਬਾਅਦ ਦੇ ਵਿੱਚ ਸਰਦਾਰ ਭਗਵੰਤ ਮਾਨ ਨੇ ਫੇਰ ਉਹੀ ਕੰਮ ਕਰਨਾ ਹੈ ਜਿਹੜਾ ਅੱਜ ਤੋਂ 1.5 ਸਾਲ ਪਹਿਲਾਂ ਤੱਕ ਜਿਹੜਾ 1.5 ਸਾਲ 'ਚ ਕੀਤਾ, ਇਹ 'ਚ ਕੋਈ ਫਰਕ ਨਹੀਂ ਹੋਣਾ ਕਿ ਹਾਂ ਵੀ ਉਹ ਕੋਈ ਰਾਬਤਾ ਬਣਾ ਕੇ ਗਵਰਨਰ ਸਾਹਿਬ ਨਾਲ ਜਾਂ ਜਿਹੜੀ ਸੈਂਟਰ ਦੀ ਸਰਕਾਰ ਆ ਉਹਦੇ ਨਾਲ ਰਾਬਤਾ ਬਣਾ ਕੇ ਇੱਕ ਮਸ਼ਹੂਰ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਵਾਸਤੇ, ਚਾਹੇ ਉਹ ਕਾਂਗਰਸ ਸਰਕਾਰ ਸੀ, ਚਾਹੇ ਉਹ ਵਾਜਪਾਈ ਸਾਹਿਬ ਦੀ ਸਰਕਾਰ ਸੀ, ਚਾਹੇ ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਸੀ, ਗੁਜਰਾਲ ਸਾਹਿਬ ਦੀ ਸਰਕਾਰ ਸੀ। ਉਹ ਇੱਕ ਫੁੱਲਾਂ ਦਾ ਗੁਲਦਸਤਾ ਲੈ ਕੇ ਜਾਂਦੇ ਸੀ 200 ਰੁਪਏ ਵਾਲਾ ਤੇ 200 ਕਰੋੜ ਰੁਪਏ ਲੈ ਆਉਂਦੇ ਹੁੰਦੇ ਸੀਗੇ। ਲੇਕਿਨ ਇਹ ਤੇ 200 ਕਰੋੜ ਦੇ ਕੀ ਲੈ ਕੇ ਆਉਣਾ ਹੈ? ਇਹ ਤੇ ਸਿਰਫ ਔਰ ਸਿਰਫ ਇਸ਼ਤਿਹਾਰਬਾਜ਼ੀ ਤੋਂ ਸਿਵਾਏ, ਕੇਜਰੀਵਾਲ ਦੀ ਚਾਕਰੀ ਤੋਂ ਸਿਵਾਏ ਹੋਰ ਕੁਝ ਨਹੀਂ ਸੁਣਦਾ ਹੀ ਨਹੀਂ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ ਹੈ। ਇਨ ਬਿਟਵੀਨ ਸਾਡੇ ਨਾਲ ਗਰੇਵਾਲ ਸਾਹਿਬ, ਉਮੀਦ ਹੈ ਕਿ ਹੁਣ ਤੱਕ ਮੇਰੀ ਆਵਾਜ਼ ਪਹੁੰਚ ਰਹੀ ਹੋਏਗੀ। ਗਰੇਵਾਲ ਸਾਹਿਬ ਜੁੜ ਗਿਆ? ਠੀਕ ਹੈ, ਮੇਰੀ ਆਵਾਜ਼ ਆ ਰਹੀ ਹੈ ਗਰੇਵਾਲ ਸਾਹਿਬ ਤੁਹਾਡੇ ਤੱਕ? ਤੁਹਾਡੀ ਆਵਾਜ਼ ਪੂਰੀ ਆ ਰਹੀ, ਮੈਂ ਫੋਨੋਂ ਤੇ ਆ, ਮੈਨੂੰ ਕੱਲੇ ਤਿੰਨਾਂ ਤੋਂ ਕਿਸੇ ਦਾ ਕੋਈ ਰਿਐਕਸ਼ਨ ਨਹੀਂ। ਚਲੋ ਕੋਈ ਗੱਲ ਨਹੀਂ, ਮੈਂ ਤੁਹਾਨੂੰ ਦੱਸ ਦਾਂਗਾ ਮੋٹے ਪੁਆਇੰਟਸ ਉਹਨਾਂ ਨੇ ਕਿਹੜੇ ਦੱਸੇ ਆ। ਗਰੇਵਾਲ ਸਾਹਿਬ ਥੋੜੀ ਵੇਟ ਤੁਸੀਂ ਪਲੀਜ਼ ਹੋਰ ਕਰ ਲਿਓ। ਆਪਾਂ ਜਿਹੜੇ ਬੀਜੇਪੀ ਦੇ ਸਾਡੇ ਨਾਲ ਨੁਮਾਇੰਦੇ ਜੁੜੇ ਨੇ ਉਹਨਾਂ ਦਾ ਵੀ ਇੱਕ ਰਿਐਕਸ਼ਨ ਲੈ ਲਈਏ, ਫਿਰ ਤੁਸੀਂ ਇਕੱਠੇ ਰਿਐਕਟ ਕਰਿਓ। ਹੋਪਫੁਲੀ ਉਹਨਾਂ ਦੀ ਆਵਾਜ਼ ਤੁਹਾਡੇ ਕੋਲ ਜ਼ਰੂਰ ਪਹੁੰਚੇਗੀ। ਸਾਡੇ ਨਾਲ ਨਾਰੰਗ ਸਾਹਿਬ ਜੁੜੇ ਹੋਏ ਨੇ ਬੀਜੇਪੀ ਤੋਂ। ਨਾਰੰਗ ਸਾਹਿਬ, ਬਹੁਤ ਸਾਰੇ ਇਸ਼ੂਜ਼ ਅਜਿਹੇ ਨੇ ਜਿਹੜੇ ਸੈਂਟਰ ਤੇ ਸਟੇਟ ਦੇ ਵਿਚਾਲੇ, ਪੰਜਾਬ ਦੇ ਵਿਚਾਲੇ ਇਸ ਸਮੇਂ ਰੇੜਕੇ ਦੀ ਵਜ੍ਹਾ ਬਣੇ ਹੋਏ ਨੇ, ਔਰ ਕੁਝ ਇਸ਼ੂਜ਼ ਅਜਿਹੇ ਵੀ ਨੇ ਜੋ ਗੁਆਂਢੀ ਸੂਬਿਆਂ ਦੇ ਨਾਲ ਰੇੜਕੇ ਦੀ ਵਜ੍ਹਾ ਬਣੇ ਹੋਏ ਨੇ, ਔਰ ਉਹਨਾਂ ਦੇ ਵਿੱਚ ਹਰਿਆਣਾ ਦੇ ਨਾਲ ਵੀ ਨੇ ਜਿੱਥੇ ਬੀਜੇਪੀ ਦੀ ਸਰਕਾਰ ਹੈ, ਸੈਂਟਰ 'ਚ ਬੀਜੇਪੀ ਦੀ ਸਰਕਾਰ ਹੈ। ਸਮੇਂ ਦੇ ਉੱਤੇ ਗੱਲ ਹੁੰਦੀ ਰਹੀ ਹੈ ਕਿ ਜਾ ਕੇ ਸੈਂਟਰ ਸਾਹਮਣੇ ਮੁੱਦਾ ਚੁੱਕੋ, ਸੈਂਟਰ ਸਾਹਮਣੇ ਮੁੱਦਾ ਚੁੱਕੋ। ਤੁਹਾਨੂੰ ਲੱਗਦਾ ਕਿ ਅੱਜ ਮੁੱਦੇ ਚੁੱਕ ਦਿੱਤੇ ਗਏ ਤੇ ਇਹਨਾਂ ਦਾ ਹੱਲ ਹੁਣ ਹੋ ਸਕਦਾ ਹੈ? ਡਾਇਰੈਕਟਲੀ ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਦੇ ਸਾਹਮਣੇ ਚੁੱਕੇ ਗਏ ਨੇ। ਐਸਾ ਸਭ ਤੋਂ ਪਹਿਲਾਂ ਤਾਂ ਮੈਂ ਸਾਡੀ ਜਿਹੜੀ ਕੇਂਦਰ ਦੀ ਸਰਕਾਰ ਹੈ ਔਰ ਸ਼੍ਰੀਮਾਨ ਅਮਿਤ ਸ਼ਾਹ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਜ਼ੋਨਲ ਕਾਨਫਰੰਸ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਚੁਣਿਆ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਪੰਜਾਬ ਔਰ ਪੰਜਾਬ ਦੇ ਵਿਰਸੇ ਨੂੰ ਲੈ ਕੇ ਕਿੰਨੀ ਜ਼ਿਆਦਾ ਗੰਭੀਰ ਹੈ। ਹੁਣ ਆਪਾਂ ਇਹ ਦੇਖੀਏ ਕਿ ਉੱਥੇ ਜਿਹੜੀ ਜ਼ੋਨਲ ਕਾਨਫਰੰਸ ਸੀਗੀ, ਉਹ ਜ਼ੋਨਲ ਕਾਨਫਰੰਸ ਕੁਝ ਮੁੱਦਿਆਂ ਤੇ ਸੀਗੀ ਜਿਹੜੇ ਇੰਟਰ ਸਟੇਟਸ ਮੁੱਦੇ ਨੇ। ਉਹਦੇ ਵਿੱਚ ਮੈਨੂੰ ਨਹੀਂ ਪਤਾ ਜਿਹੜੇ ਮੁੱਦੇ ਇਹਨਾਂ ਨੇ ਅੱਜ ਕਹੇ ਨੇ ਉਹ ਏਜੰਡੇ ਦਾ ਪਾਰਟ ਸੀਗੇ ਜਾਂ ਨਹੀਂ ਸੀਗੇ, ਕਿਉਂਕਿ ਕੇਜਰੀਵਾਲ ਸਾਹਿਬ ਤਾਂ ਕੁਝ ਵੀ ਬੋਲ ਦਿੰਦੇ ਨੇ, ਭਗਵੰਤ ਮਾਨ ਵੀ ਕੁਝ ਬੋਲ ਦਿੰਦੇ ਨੇ। ਇਹਨਾਂ ਦੀ ਗੱਲਾਂ ਦਾ ਕੋਈ ਸੱਚਾਈ ਦਾ ਤਾਲੁਕ ਵਾਸਤਾ ਨੇੜੇ ਤੱਕ ਨਹੀਂ ਹੁੰਦਾ। ਹੁਣ ਆਪਾਂ ਦੇਖਣ ਵਾਲੀ ਗੱਲ ਇਹ ਹੈ ਕਿ ਦੇਖੋ ਪਿਛਲੇ 9 ਸਾਲ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਔਰ ਪੰਜਾਬ ਦੇ ਵਿੱਚ ਕੇਂਦਰ ਵੱਲੋਂ ਸਾਰਾ ਇਨਫਰਾਸਟਰਕਚਰ ਡਿਵੈਲਪ ਕੀਤਾ ਗਿਆ, ਨੈਸ਼ਨਲ ਹਾਈਵੇਜ਼ ਬਣਾਏ ਗਏ ਨੇ, ਉਹਨਾਂ ਤੇ ਕਰੋੜਾਂ ਰੁਪਇਆ ਲੱਗਿਆ।
ਆਪਾਂ ਵੰਦੇ ਭਾਰਤ ਟ੍ਰੇਨਸ ਚਲਾਈਆਂ ਨੇ, ਉਹਨਾਂ ਤੇ ਲੱਗੇ ਨੇ, ਰੇਲਵੇ ਸਟੇਸ਼ਨ ਮਾਡਰਨਾਈਜ਼ ਕੀਤੇ ਜਾ ਰਹੇ ਨੇ, ਪੀਜੀਆਈ ਦੇ ਸੈਟੇਲਾਈਟ ਸੈਂਟਰ ਖੁੱਲ ਗਏ ਨੇ। ਤੇ ਜੇ ਆਪਾਂ ਇਹਨੂੰ ਸਾਰੇ ਨੂੰ ਮੋਟਾ-ਮੋਟਾ ਗਿਣ ਕੇ ਦੇਖੀਏ ਤਾਂ ਕਈ ਹਜ਼ਾਰ ਕਰੋੜ ਰੁਪਇਆ ਪੰਜਾਬ ਦੀ ਡਿਵੈਲਪਮੈਂਟ ਤੇ ਲੱਗ ਗਿਆ, ਜਿਸ ਤੋਂ ਇੱਕ ਗੱਲ ਤਾਂ ਕਲੀਅਰ ਹੈ ਕਿ ਜੇ ਪੰਜਾਬ ਨੂੰ ਲੈ ਕੇ ਕੋਈ ਗੰਭੀਰ ਹੈ ਤਾਂ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਹੁਣ ਦੂਸਰੀ ਗੱਲ ਆ ਜਾਂਦੀ ਹੈ ਕਿ ਜਿਹੜਾ ਤੁਸੀਂ ਅੱਜ ਗੱਲ ਕੀਤੀ ਆ, ਦੇਖੋ ਬਾਕੀ ਤਾਂ ਦੋਨੋਂ ਪੈਨਲਿਸਟ ਨੇ ਜਵਾਬ ਦਿੱਤਾ, ਮੈਂ ਉਹਨਾਂ ਤੋਂ ਕੋਈ ਵੱਖਰੀ ਲਾਈਨ ਨਹੀਂ ਰੱਖਦਾ, ਪਰ ਆਪਾਂ ਨੂੰ ਇਸ ਵੇਲੇ ਇਹ ਦੇਖਣਾ ਚਾਹੀਦਾ ਕਿ ਇਸ ਵੇਲੇ ਸਟੇਟ ਦੇ ਮੁੱਦੇ ਕਿਹੜੇ ਨੇ। ਇੱਕ ਕੱਲ ਆਪਣਾ ਮਨਪ੍ਰੀਤ ਸਿੰਘ ਬਾਦਲ ਦੇ ਘਰ ਕੋਈ FIR ਦਰਜ ਹੋ ਗਈ ਤਾਂ ਮੁੱਖ ਮੰਤਰੀ ਸਾਹਿਬ ਐਕਸ ਤੇ ਟਵੀਟ ਕਰਨ ਆ ਗਏ, ਜਦਕਿ ਮੁੱਖ ਮੰਤਰੀ ਸਾਹਿਬ ਦਾ ਬਣਦਾ ਨਹੀਂ ਆ। ਔਰ ਤੁਸੀਂ ਦੇਖੋ ਕਿ ਇੱਕ ਵਕੀਲ ਤੇ ਪੁਲਿਸ ਵਾਲਿਆਂ ਨੇ SP ਰੈਂਕ ਤੱਕ ਦੇ ਅਫਸਰਾਂ ਨੇ ਮਿਲ ਕੇ ਅਨੈਤਿਕ ਕੰਮ ਹਵਾਲਾ 'ਚ ਕੀਤਾ। ਮੈਂ ਇਸ ਤੋਂ ਜ਼ਿਆਦਾ ਸ਼ੇਮ ਵਾਲਾ ਵਰਡ ਨਹੀਂ ਯੂਜ਼ ਕਰ ਸਕਦਾ, ਪਬਲਿਕ ਡੋਮੇਨ ਤੇ ਸਭ ਨੂੰ ਪਤਾ ਆ। ਔਰ 2 ਦਿਨ ਹੋ ਗਏ ਨੇ ਸਾਰੇ ਪੰਜਾਬ ਹਰਿਆਣਾ ਦੇ ਵਕੀਲ ਹੜਤਾਲ ਤੇ ਨੇ, ਪਰ ਮੁੱਖ ਮੰਤਰੀ ਸਾਹਿਬ ਕੋ ਮੂੰਹ ਚੋਂ ਇੱਕ ਅੱਖਰ ਵੀ ਨਹੀਂ ਨਿਕਲਿਆ। ਇਹ ਤਾਂ ਇਸ ਮੁੱਖ ਮੰਤਰੀ ਦੀ ਸੰਜੀਦਗੀ ਆ। ਹੁਣ ਆ ਜਾਂਦੇ ਆਪਾਂ ਪਾਣੀ ਵਾਲੀ ਗੱਲ ਤੇ। ਪਾਣੀ ਵਾਲੀ ਗੱਲ ਤੇ ਦੇਖੋ ਇਹ ਹੈ ਕਿ ਗੌਰਵ ਜੀ, ਪਾਣੀ ਤੇ ਚੰਡੀਗੜ੍ਹ ਦਾ ਜਿਹੜਾ ਪਾਣੀ ਆਪਣਾ ਪੰਜਾਬ ਦਾ ਹੱਕ ਆ, ਹਰਿਆਣੇ ਦਾ ਕੋਈ ਹੱਕ ਨਹੀਂ ਆ, ਪਰ ਇਹ ਮੈਟਰ ਸਬਜੂਡਿਸ ਆ, ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਆ। ਹੁਣ ਜੋ ਅੱਜ ਭਗਵੰਤ ਮਾਨ ਜੀ ਨੇ ਸਮਾਰਟਲੀ ਕਰਨ ਦੀ ਕੋਸ਼ਿਸ਼ ਕੀਤੀ ਆ, ਉਹ ਇਹ ਨਹੀਂ ਕਿਹਾ, ਉਹ ਕਹਿੰਦੇ ਜੀ ਇਹਦਾ ਹੱਲ ਕਰ ਦਿਓ। ਹੱਲ ਕਰਨ ਚੋਂ ਕੀ ਚਾਹੁੰਦੇ ਨੇ? ਹੱਲ ਕਰਨ ਚੋਂ ਇਹ ਚਾਹੁੰਦੇ ਨੇ ਕਿ ਕੁਛ ਨਾ ਕੁਛ ਹਿੱਸਾ ਇਹਦਾ ਹਰਿਆਣੇ ਨੂੰ ਮਿਲ ਜਾਏ ਤਾਂ ਕਿ ਉਹ ਆਪਣੇ ਆਕਾ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਨੂੰ ਖੁਸ਼ ਕਰ ਸਕਣ। ਪਰ ਜਿੱਥੇ ਤੱਕ ਭਾਰਤੀ ਜਨਤਾ ਪਾਰਟੀ ਦਾ ਪ੍ਰਸ਼ਨ ਆ, ਪੰਜਾਬੀਆਂ ਦਾ ਪ੍ਰਸ਼ਨ ਆ, ਸਾਡਾ ਬਿਲਕੁਲ ਕਲੀਅਰ ਸਟੈਂਡ ਹੈ ਕਿ ਚੰਡੀਗੜ੍ਹ ਵੀ ਪੰਜਾਬ ਦਾ ਹੈ, ਪਾਣੀ ਵੀ ਪੰਜਾਬ ਦਾ, ਇੱਕ ਬੂੰਦ ਵੀ ਹਰਿਆਣਾ ਨੂੰ ਨਹੀਂ। ਨਾਰੰਗ ਸਾਹਿਬ, ਤੁਹਾਨੂੰ ਲੱਗਦਾ ਕਿ ਅੱਜ ਜੋ ਮੁੱਦਾ ਚੁੱਕਿਆ ਗਿਆ ਉਹ ਇਸ ਪਾਸੇ ਇਸ਼ਾਰਾ ਕਰ ਰਿਹਾ ਕਿ ਪੰਜਾਬ ਦਾ ਪਾਣੀ ਦੇ ਦਿੱਤਾ ਜਾਏਗਾ? ਦੇਖੋ ਮੈਂ ਕਹਿੰਦਾ ਤੁਸੀਂ ਭਗਵੰਤ ਮਾਨ ਦੇ ਕਹਿਣ ਔਰ ਸੁਣਨ ਤੇ ਵਿਸ਼ਵਾਸ ਹੀ ਨਾ ਕਰੋ। ਭਗਵੰਤ ਮਾਨ ਦਾ ਕੋਈ ਭਰੋਸਾ ਨਹੀਂ ਆ ਕਦੋਂ ਜਾ ਕੇ ਕਿੱਥੇ ਸਾਈਨ ਕਰਦੇ। ਬੇਸਿਕਲੀ ਮੈਂ ਸਮਝਣਾ ਚਾਹ ਰਿਹਾ, ਲੋਕ ਜਾਣਨਾ ਚਾਹੁੰਦੇ ਹੋਣਗੇ ਕਿ ਤੁਸੀਂ ਕਿਸ ਐਂਗਲ ਤੋਂ ਕਹਿ ਰਹੇ ਹੋ ਕਿ ਹਰਿਆਣਾ ਨੂੰ ਪਾਣੀ ਦੇਣ ਦੀ ਕੋਸ਼ਿਸ਼ ਹੋ ਰਹੀ ਹੈ। ਜਿਹੜੀ ਹੁਣ ਤੱਕ ਜਾਣਕਾਰੀ ਹੈ, CM ਸਪਸ਼ਟ ਕਹਿ ਰਹੇ ਨੇ ਕਿ SYL ਤਾਂ ਬਣ ਨਹੀਂ ਸਕਦੀ ਪੰਜਾਬ 'ਚ। ਗੌਰਵ ਜੀ, ਦਿੱਕਤ ਇਹ ਆ ਕਿ ਆਪਾਂ ਸਭ ਨੂੰ ਪਤਾ ਵਾ ਕਿ ਪੰਜਾਬ ਨੂੰ ਰਾਘਵ ਚੱਡਾ ਔਰ ਅਰਵਿੰਦ ਕੇਜਰੀਵਾਲ ਜੀ ਚਲਾ ਰਹੇ ਨੇ। ਭਗਵੰਤ ਮਾਨ ਤਾਂ ਉਹਨਾਂ ਨੇ ਵੈਸੇ ਇੱਕ ਚਿਹਰਾ ਰੱਖਿਆ ਹੋਇਆ ਵੀ ਚਲੋ ਕਿਸੇ ਨੂੰ ਤਾਂ ਮੁੱਖ ਮੰਤਰੀ ਬਣਾਉਣਾ ਹੀ ਸੀਗਾ ਨਾ, ਜਿਹੜਾ ਸਾਰੀ ਸਰਕਾਰ ਉੱਥੋਂ ਚੱਲ ਰਹੀ ਆ। ਔਰ ਉਹ ਜਿਹੜੇ 2 ਲੋਕ ਨੇ ਉਹਨਾਂ ਦਾ ਪੰਜਾਬ ਔਰ ਪੰਜਾਬੀਅਤ ਨਾਲ ਦੂਰ ਦੂਰ ਤੱਕ ਕੋਈ ਵਾਸਤਾ ਨਹੀਂ ਆ। ਉਹ ਸੱਤਾ ਦੇ ਲਾਲਚੀ ਲੋਕ ਨੇ, ਉਹਨਾਂ ਨੇ ਰਾਜਸਥਾਨ 'ਚ ਜਾ ਕੇ ਕੋਈ ਹੋਰ ਕਮਿਟਮੈਂਟ ਕਰਨੀ ਆ, ਹਰਿਆਣਾ 'ਚ ਜਾ ਕੇ ਕੋਈ ਹੋਰ ਕਮਿਟਮੈਂਟ ਕਰਨੀ ਆ, ਔਰ ਭਗਵੰਤ ਮਾਨ ਸਾਹਿਬ ਦੀ ਮਜਬੂਰੀ ਬਣ ਜਾਣੀ ਆ। ਜਿਵੇਂ ਤੁਹਾਨੂੰ ਭੁੱਲਰ ਸਾਹਿਬ ਨੇ ਦੱਸਿਆ ਕਿ ਜਦੋਂ ਹੁਣ ਹਰਿਆਣਾ ਦੀ ਵਿਧਾਨ ਸਭਾ ਬਣਨ ਨਹੀਂ ਆ ਗਈ, ਉਹਨੇ ਵਿਰੋਧ ਕਰਨ ਚਲੇ ਗਏ। ਤੇ ਇਹ ਕੁਝ ਐਸੇ ਗੱਲਾਂ ਨੇ ਜਿਹੜਾ ਕਿ ਪੰਜਾਬੀ ਨੂੰ ਸਮਝਣ ਦੀ ਲੋੜ ਹੈ। ਉਹ ਦੇਖੋ, ਚਾਹੇ ਤੁਸੀਂ ਕਿਸੇ ਮੂਲ ਪੰਜਾਬੀ ਨੂੰ ਪੁੱਛੋ ਨਾ, ਉਹ ਇਹਨਾਂ ਨੂੰ ਵੋਟਾਂ ਪਾ ਕੇ ਪਛਤਾ ਰਿਹਾ ਕਿ ਅਸੀਂ ਕਿਹੜੀ ਗਲਤੀ ਕਰ ਲਈ। ਠੀਕ ਹੈ, ਦੇਖੋ ਮੈਂ ਇਸੇ ਕਰਕੇ ਤੁਹਾਨੂੰ ਵਾਰ-ਵਾਰ ਪੁੱਛ ਰਿਹਾ ਸੀਗਾ। ਮੈਂ ਹੁਣ ਗਰੇਵਾਲ ਸਾਹਿਬ ਦਾ ਰੁਖ ਕਰਾਂਗਾ ਗੌਰਵ ਜੀ ਕਿ ਸਪਸ਼ਟ ਸ਼ਬਦਾਂ ਦੇ ਸਮਝਾ ਦਿਓ ਕਿ ਹਾਂ ਤੁਹਾਨੂੰ ਇਸ ਕਰਕੇ ਲੱਗ ਰਿਹਾ ਕਿ ਅੱਜ ਦੀ ਸਟੇਟਮੈਂਟ ਤੋਂ ਬਾਅਦ ਕਿ ਇਹ ਦੇ ਦੇਣਾ ਹੋਰ ਜੀ ਪਲੀਜ਼ ਤੁਸੀਂ 10 ਸੈਕਿੰਡ ਲੈ ਲਓ, ਕੋਈ ਦਿੱਕਤ ਨਹੀਂ ਹੈ, ਪਰ ਥੋੜਾ ਜਿਹਾ ਕਲੀਅਰ ਕਰ ਦਿਓ ਕਿ ਸ਼ਾਇਦ ਜਿਹੜੀ ਗੱਲ ਨੂੰ ਤੁਸੀਂ ਪਕੜ ਪਾ ਰਹੇ ਹੋ ਕੋਈ ਹੋਰ ਨਾ ਪਕੜ ਪਾ ਰਿਹਾ ਹੋਵੇ ਜਾਂ ਮੈਂ ਨਾ ਸਮਝ ਪਾ ਰਿਹਾ ਹੋਵਾਂ ਕਿ ਤੁਸੀਂ ਕਿਵੇਂ ਅੱਜ ਦੀ ਸਟੇਟਮੈਂਟ ਤੋਂ ਬਾਅਦ ਕਹਿ ਰਹੇ ਹੋ ਕਿ ਹਰਿਆਣਾ ਨੂੰ ਪਾਣੀ ਚਲਾ ਜਾਏਗਾ। ਅਸੀਂ ਕਹਿ ਰਹੇ ਹਾਂ ਗੌਰਵ ਜੀ ਕਿ ਆਪਾਂ ਪਿਛਲੇ 1.5 ਸਾਲ 'ਚ ਮੁੱਖ ਮੰਤਰੀ ਦਾ ਕੰਡਕਟ ਦੇਖਿਆ, ਨਾ ਤੇ ਇਸ ਮੁੱਖ ਮੰਤਰੀ ਨੂੰ ਸੰਵਿਧਾਨ ਦਾ ਪਤਾ ਆ, ਨਾ ਇਹ ਸੰਵਿਧਾਨ ਮੁਤਾਬਕ ਕੰਮ ਕਰਦਾ, ਬਿਨਾਂ ਮਤਲਬ ਦੇ ਕਦੀ ਗਵਰਨਰ ਸਾਹਿਬ ਨਾਲ ਕਦੀ ਕਿਸੇ ਨਾਲ ਪੰਗੇ ਲੈਂਦੇ ਨੇ, ਜਿਹਨੂੰ ਦਿਲ ਕਰਦਾ ਉਹਨੂੰ ਫੜ ਕੇ ਅੰਦਰ ਕਰ ਦਿੰਦੇ ਨੇ। ਉਹ ਜ਼ਿਆਦਾਤਰ ਕੇਸਾਂ ਦੇ ਵਿੱਚ ਹਾਈ ਕੋਰਟ ਤੋਂ ਇਹਨਾਂ ਨੂੰ ਫਟਕਾਰ ਲੱਗੀ, ਇਹਨਾਂ ਦੇ ਕੀਤੇ ਦਰਜ ਮੁਕੱਦਮੇ ਰੱਦ ਹੋਏ ਨੇ। ਠੀਕ ਹੈ, ਤੇ ਐਸੇ ਮੁੱਖ ਮੰਤਰੀ ਦੀ ਕ੍ਰੈਡੀਬਿਲਿਟੀ ਜਿਹਦੀ ਡਾਊਟਫੁਲ ਹੋਵੇ, ਦੇਖੋ ਤੁਹਾਡੇ ਦੋਨੋਂ ਪੈਨਲਿਸਟ ਨੇ ਵੀ ਕਿਹਾ ਕਿ ਜਦੋਂ ਹੁਣ ਚਿੜੀਆ ਚੁੱਗ ਗਈ ਖੇਤ, ਤਾਂ ਹੁਣ ਉੱਥੇ ਆ ਗਏ ਮਾਨ ਸਾਹਿਬ ਆਪਣੀ ਡਫਲੀ ਵਜਾਨ ਕਿ ਦੇਖੋ ਜੀ ਹਮ ਤਾਂ ਇਹ ਕਰ ਦੇਂਗੇ, ਹਮਨੇ ਡਿਮਾਂਡ ਉਠਾ ਦੀ। ਜਦੋਂ ਮੌਕਾ ਸੀਗਾ ਉਦੋਂ ਕਿਉਂ ਨਹੀਂ ਕੀਤਾ? ਤੁਸੀਂ ਕਿਉਂ ਗਏ ਪੰਜਾਬ ਵਾਲੇ ਮੁੱਦੇ ਤੇ ਉੱਥੇ ਮੀਟਿੰਗ ਤੇ? ਇਹਨਾਂ ਕੋਲ ਉਹਦਾ ਕੋਈ ਜਵਾਬ ਨਹੀਂ ਆ। ਠੀਕ ਹੈ, ਇਹਨਾਂ ਦੇ ਮਾਮਲੇ 'ਚ ਸਭ ਤੋਂ ਵੱਡਾ ਡਰ ਇਹ ਆ। ਠੀਕ ਹੈ, ਚਲੋ ਆਪਾਂ ਜਵਾਬ ਲਈਏ ਇਹਨਾਂ ਨੂੰ ਜੀ। ਇੱਕ 10 ਸੈਕਿੰਡ ਮੇਰੇ ਹੋਰ ਦੇ ਦਿਓ। ਦੇਖੋ ਜਿਹੜਾ ਅੱਜ ਵਾਲਾ ਮੁੱਦਾ, ਮੈਂ ਫਿਰ ਤੋਂ ਉੱਥੇ ਲਿਆ ਰਿਹਾ, ਮੁਕਤਸਰ ਦੇ ਵਿੱਚ ਜੋ ਹੋਇਆ ਵਕੀਲ ਸਾਹਿਬ ਨਾਲ, ਛੋਟੀ ਘਟਨਾ ਨਹੀਂ ਆ, ਉਹ ਬੜੀ ਸ਼ਰਮਨਾਕ ਘਟਨਾ ਹੈ। ਔਰ ਜੇ ਅੱਜ ਦੇ ਟਾਈਮ ਤੇ ਐਸੀ ਘਟਨਾ ਹੋਵੇ ਔਰ ਮੁੱਖ ਮੰਤਰੀ ਉਹਦੀ 2 ਦਿਨ 'ਚ ਨਿਖੇਧੀ ਵੀ ਨਾ ਕਰੇ ਤਾਂ ਇਸ ਤੋਂ ਮਾੜਾ ਕੁਝ ਨਹੀਂ ਹੋ ਸਕਦਾ। ਠੀਕ ਹੈ, ਮੈਂ ਰੁਕ ਕਰਦਾ। ਹੁਣ ਸਾਡੇ ਨਾਲ ਜੁੜੇ ਹੋਏ ਨੇ ਅਹਿਬਾਬ ਗਰੇਵਾਲ ਜੀ। ਅਹਿਬਾਬ ਜੀ, ਬੀਜੇਪੀ ਦੇ ਬੁਲਾਰੇ ਸਾਡੇ ਨਾਲ ਨੇ, ਨਾਰੰਗ ਸਾਹਿਬ, ਲੋਕੇਸ਼ ਨਾਰੰਗ ਜੀ, ਉਹਨਾਂ ਨੂੰ ਤੁਸੀਂ ਸੁਣਿਆ, ਉਹਨਾਂ ਦੀ ਆਵਾਜ਼ ਪਹੁੰਚੀ ਹੈ। ਔਰ ਕਾਂਗਰਸ ਤੇ ਅਕਾਲੀ ਦਲ ਕੀ ਕਹਿ ਰਹੇ, ਮੈਂ 2 ਪੁਆਇੰਟ ਦੇ ਵਿੱਚ ਤੁਹਾਨੂੰ ਦੱਸ ਦਿੰਦਾ। ਕਾਂਗਰਸ ਕਹਿ ਰਹੇ ਨੇ ਕਿ SYL ਦੇ ਉੱਤੇ ਤੁਹਾਡੀ ਹਾਈ ਕਮਾਂਡ ਦਿੱਲੀ ਵਾਲਿਆਂ ਦਾ ਸਟੈਂਡ ਵੱਖਰਾ ਹੈ। ਇਨਫੈਕਟ ਲੋਕੇਸ਼ ਜੀ ਵੀ ਇਹ ਜ਼ਿਕਰ ਕਰ ਰਹੇ ਸੀ, ਨਾਰੰਗ ਸਾਹਿਬ, ਕਿ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੇ ਇਲੈਕਸ਼ਨ ਹੈ ਤੇ ਪਾਣੀ ਉਧਰ ਭੇਜ ਦੇਣਾ ਤੁਸੀਂ।
ਤੇ ਦੂਜੇ ਪਾਸੇ ਅਕਾਲੀ ਦਲ ਇਹ ਐਲੀਗੇਸ਼ਨਸ ਲਗਾ ਰਿਹਾ ਹੈ ਕਿ ਮਗਰਮੱਛ ਦੇ ਹੰਝੂ ਨੇ ਜਿਸ ਤਰੀਕੇ ਨਾਲ ਇਹ ਮੁੱਦਾ ਚੁੱਕਿਆ ਗਿਆ ਕਿ ਚਾਹੇ ਹੜ੍ਹਾਂ ਦਾ ਜ਼ਿਕਰ ਹੋਵੇ ਔਰ ਫਸਲਾਂ ਦੇ ਨੁਕਸਾਨ ਦਾ ਜ਼ਿਕਰ ਹੋਵੇ, ਵਿਧਾਨ ਸਭਾ ਵਾਲੀ ਜ਼ਮੀਨ ਦਾ ਮੁੱਦਾ ਹੋਵੇ, ਇਹ ਦਿੱਲੀ ਜਾ ਕੇ ਪਹਿਲਾਂ ਹੀ ਇਸ਼ੂ ਚੁੱਕੇ ਜਾ ਸਕਦੇ ਸੀ। ਗਰੇਵਾਲ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਕਿ 8:25 ਮਿੰਟ ਤੇ ਦੋ ਭਾਈਵਾਲਾਂ ਦੀ ਗੱਲ ਸੁਣਾਉਣ ਤੋਂ ਬਾਅਦ ਤੁਸੀਂ ਮੈਨੂੰ ਬਾਕੀਆਂ ਦੀ ਗੱਲ ਸੁਣਾਈ। ਜੀ ਪਹਿਲੀ ਗੱਲ। ਦੂਜੀ ਗੱਲ, ਸਰ ਜੀ ਪੰਜਾਬ ਕੀ ਹੈ? ਪੰਜਾਬ ਹੈ 5 ਦਰਿਆਵਾਂ ਦੀ ਧਰਤੀ ਜਿਹੜੀ ਸਿੰਧੂ ਤੇ ਯਮੁਨਾ ਦੇ ਵਿਚਾਲੇ ਵਗਦੀ। ਤੁਹਾਡੇ ਨਜ਼ਰੀਏ ਦਾ ਨਾ ਫਾਲਟ ਆ, ਤੁਸੀਂ ਵੰਡਿਆ, ਤੁਸੀਂ ਕੌਲੀ ਬਣਾਈਏ। ਪੰਜਾਬ 'ਚ ਅੱਜਕੱਲ ਗੱਡੀਆਂ ਫਿਰਦੀਆਂ ਜਿਹੜੇ ਦੋਵੇਂ ਪਾਸੇ ਪੰਜਾਬ ਦੀਆਂ ਫੋਟੋਆਂ ਹੁੰਦੀਆਂ ਨੇ, ਉਧਰੋਂ ਪਾਕਿਸਤਾਨੀ ਵੀਡੀਓ ਪਾਉਂਦੇ ਆ, ਇਧਰੋਂ ਆਪਣੇ ਵਾਲੇ ਵੀਡੀਓ ਪਾਉਂਦੇ ਆ ਕਿ ਸਾਡੇ ਬਾਬੇ ਤਾਂ ਰਹਿੰਦੇ। ਪਹਿਲਾਂ ਇੱਕ ਹਿੱਸੇ ਵੰਡਿਆ, ਦੂਜੇ ਹਿੱਸੇ ਵੰਡਿਆ। ਮੇਰੇ ਸਾਰੇ ਭਰਾ ਬੋਲੇ ਕਿਹੜਾ ਕਿੱਥੋਂ ਡੈਪੂਟੇਸ਼ਨ ਤੇ ਆਇਆ ਮੈਨੂੰ ਪਤਾ। ਪਹਿਲੀ ਗੱਲ। ਦੂਜੀ ਗੱਲ, ਮਾਨ ਸਾਹਿਬ ਨੇ ਕੀ ਕਿਹਾ ਕਿ ਜੀ ਹੱਲ ਕਰਾ ਦਿਓ। ਪਾਣੀ ਦੀ ਗੱਲ ਸੀ ਨਾ, ਅਸੀਂ ਕਿਹਾ ਵੀ ਪਾਣੀ ਦਾ ਕਹਿ ਦਿਓ, ਸਾਡੇ ਉਹਨਾਂ ਨੇ ਕਹਿਤਾ ਵੀ ਆਹ ਪਾਣੀ ਦਾ ਕਹਿ ਦਿਓ। ਉਹ ਸਰ ਜੀ ਪਾਣੀ ਤਾਂ ਹੋ ਕੇ ਹਟਿਆ। ਹੁਣ ਆਪਾਂ ਸਾਰੇ ਹੀ ਪਾਣੀ ਹੋ ਕੇ ਹਟੇ ਆ। ਜਦੋਂ 3.5 ਕਰੋੜ ਦਰਖਤ ਹਿਮਾਲਿਆ ਚੋਂ ਵੱਢਿਆ ਜਾਵੇ, 3.5 ਕਰੋੜ ਦਰਖਤ, ਇੱਕ ਦਰਖਤ 1 ਲੱਖ ਲੀਟਰ ਪਾਣੀ ਬਚਾਉਂਦਾ ਸਰ। 3.5 ਕਰੋੜ ਜਰਬ ਦੇ ਲਓ, ਫਿਰ ਹੜ੍ਹ ਹੀ ਆਉਣਗੇ। ਜਦੋਂ ਕਿਹਾ ਜਾਵੇ ਨਾ ਕਿ ਤੁਸੀਂ 4 ਧਾਮ ਦੀ 4 ਲੇਨ ਤੇ ਜਾਓਗੇ, ਤੁਸੀਂ ਚਿੰਤਪੁਰ ਦੀ 4 ਲੇਨ ਤੇ ਜਾਓਗੇ, ਤੀਰਥ ਯਾਤਰਾ, ਹੇਮਕੁੰਟ ਸਾਹਿਬ ਦੀ 4 ਲੇਨ ਤੇ ਨਹੀਂ, ਉੱਥੇ ਰੱਬ ਕੋ ਜਾਣਾ ਹੁੰਦਾ। ਤੁਸੀਂ ਸੱਤਿਆਨਾਸ਼ ਮਾਰ ਰਹੇ ਹੋ ਟੂਰਿਜ਼ਮ ਦੇ ਨਾਮ ਤੇ। ਅੱਜ ਮੈਂ ਕਾਸ਼ੀ ਵਿਸ਼ਵਨਾਥ ਦਾ ਪੜ੍ਹ ਰਿਹਾ ਸੀਗਾ, ਸਾਰੇ ਬੋਲੇ ਜਿਹੜੇ ਮਹੰਤ ਨੇ ਸੰਕਟ ਮੋਚਨ ਮੰਦਿਰ ਦੇ BHU ਦੇ ਪ੍ਰੋਫੈਸਰ ਨੇ, ਉਹ ਕਹਿੰਦੇ ਵੀ ਸੱਤਿਆਨਾਸ਼ ਮਾਰਤਾ। ਸੋ ਗੱਲ ਇਹ ਹੈ ਤੇ ਜਿਹੜੀਆਂ ਗੱਲਾਂ ਕਰਦੇ ਆ, ਤੁਸੀਂ ਪੰਜਾਬ ਨੂੰ ਵੰਡਿਆ, ਲੁੱਟਿਆ, ਕੁੱਟਿਆ, ਸਾਰਿਆਂ ਤੁਸੀਂ ਵੰਡ ਕੇ ਪੰਜਾਬ ਦਾ ਸੱਤਿਆਨਾਸ਼ ਮਾਰਤਾ। ਪਹਿਲੀ ਗੱਲ। ਦੂਜੀ ਗੱਲ, ਤੁਸੀਂ ਹੁਣ ਕਹਿੰਦੇ ਹੋ ਜੀ ਮਾਨ ਸਾਹਿਬ ਨੇ ਮਗਰਮੱਛ ਦੇ ਆਂਸਰ ਹੈ। ਉਹ ਮਾਨ ਸਾਹਿਬ ਨੂੰ ਦੀਂਦਾ ਕਿ ਜੇ ਇੱਥੇ ਹੜ ਆ ਗਏ, ਪਿਛਲੇ ਸਾਲ ਕਿੰਨੇ ਖੁਸ਼ ਹੋ ਰਹੇ ਸੀ ਬੀਜੇਪੀ ਵਾਲੇ, ਪਾਕਿਸਤਾਨ ਮੇਂ त्रासदी, ਪਾਕਿਸਤਾਨ ਨੇ ਫਲਾਣਾ, ਐਤਕੀ ਆਪਣੇ ਆ ਜੀ ਭਾਈ। ਸੱਤਿਆਨਾਸ਼ ਤਾਂ ਬਰਾਬਰ ਦਾ ਵੱਜਿਆ ਜੀ। ਮਾਨ ਸਾਹਿਬ ਤਾਂ ਇਹ ਬੋਲੇ ਨੇ ਕਿ ਰੱਬ ਦਾ ਵਾਸਤਾ ਸਾਡਾ ਸੱਤਿਆਨਾਸ਼ ਬਚਾ ਲਓ, ਹੱਲ ਕਰ ਦਿਓ। ਜਿਹੜੇ ਦਰਖਤ ਵੱਡੇ ਅੱਜ ਵੱਡੇ ਆ, ਵੱਡੇ ਹੋਣ ਨੂੰ 10 ਸਾਲ ਲੱਗਣਗੇ, ਜਦ ਨੂੰ ਮੋਦੀ ਜੀ ਹੁਣੀ ਪਾਰ ਹੋ ਜਾਣਗੇ। ਪਹਿਲੀ ਗੱਲ। ਦੂਜੀ ਗੱਲ, ਲੜਾਈ ਕੀ ਹੈ? ਕਾਂਗਰਸ ਜਿਹੜੀ ਹੈ ਪੰਜਾਬ ਦੇ ਵਿੱਚ, ਅਸੀਂ ਕਿਉਂ ਨਹੀਂ ਕਾਂਗਰਸ ਨਾਲ ਜਾਣਾ? ਕਿਉਂਕਿ ਫਰਕ ਹੀ ਕੋਈ ਨਹੀਂ। ਬਾਜਵਾ ਸਾਹਿਬ ਨੂੰ ਸਵੇਰੇ ਆਪਣੇ ਲੈਂਟਰ ਤੋਂ ਬੀਜੇਪੀ ਦੇ ਬੁੱਲੇ ਆਉਂਦੇ ਆ, ਬਾਜਵਾ ਸਾਹਿਬ ਨੂੰ ਬੁੱਲੇ ਆਉਂਦੇ ਆ, ਗਵਰਨਰ ਹਾਊਸ ਜਾਂਦੇ ਆ, ਬਾਹਰ ਆ ਕੇ ਮੈਂ ਰਿਕੁਐਸਟ ਕਰਾਂਗਾ ਕਿ ਇਸ਼ੂ ਦੇ ਉੱਤੇ ਰਹੀਏ। ਦੇਖੋ ਮੈਂ ਹੋਰ ਸਪੈਸੀਫਿਕ ਸਵਾਲ ਪੁੱਛਦਾ, ਤੁਸੀਂ ਮੈਨੂੰ 10 ਸੈਕਿੰਡ ਦਿਓ, ਮੈਂ ਤੁਹਾਡੇ ਕੋਲ ਹੀ ਵਾਪਸ ਆ ਰਿਹਾ। ਇੱਕ ਵੱਡੀ ਖਬਰ ਹੈ ਇਸੇ ਮੁੱਦੇ ਨਾਲ ਜੁੜੀ ਹੋਈ, ਉਹ ਜ਼ਰੂਰੀ ਹੈ ਆਪਣੇ ਦਰਸ਼ਕਾਂ ਤੱਕ ਪਹੁੰਚਾਣੀ। ਪਾਣੀ ਦੀ ਵੰਡ ਦੇ ਉੱਤੇ ਇਸ ਮੀਟਿੰਗ ਦੇ ਦੌਰਾਨ ਚੁੱਕਿਆ ਗਿਆ ਮੁੱਦਾ ਤੇ ਉਸਦੇ ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਦੀ ਸਟੇਟਮੈਂਟ ਸਾਹਮਣੇ ਆ ਚੁੱਕੀ ਹੈ ਤੇ ਉਹਨਾਂ ਨੇ ਕਿਹਾ ਕਿ ਸਾਰੇ ਸੂਬਿਆਂ ਨੂੰ ਇੱਕ ਸੰਦੇਸ਼ ਦਿੰਦੇ ਹੋ ਨਜ਼ਰ ਆਏ ਕਿ ਖੁੱਲੇ ਮਨ ਅਤੇ ਆਪਸੀ ਸਲਾਹ ਦੇ ਨਾਲ ਇਹ ਮਸਲਾ ਸੁਲਝਾਓ। ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਦੇ ਵਿੱਚ SYL ਦਾ ਮੁੱਦਾ ਚੁੱਕਿਆ ਸੀ, ਕਿਹਾ ਸੀ ਕਿ ਪੰਜਾਬ ਦੇ ਕੋਲ ਵਾਧੂ ਪਾਣੀ ਨਹੀਂ, ਪੰਜਾਬ ਦੇ ਵਿੱਚ SYL ਨਹੀਂ ਬਣਾਈ ਜਾ ਸਕਦੀ, ਕਾਨੂੰਨ ਵਿਵਸਥਾ ਤੱਕ ਵੀ ਵਿਗੜ ਸਕਦੀ ਹੈ ਜੇਕਰ ਇਹ ਕੋਸ਼ਿਸ਼ ਕੀਤੀ ਗਈ। CM ਨੇ ਇਹ ਪੂਰੇ ਮੁੱਦੇ ਨੂੰ ਚੁੱਕਿਆ ਸੀ ਤੇ ਇਹ ਤਰਕ ਦਿੱਤਾ ਸੀ ਤੇ ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਜਿਨ੍ਹਾਂ ਦੇ ਸਾਹਮਣੇ ਇਸ਼ੂ ਚੁੱਕਿਆ ਗਿਆ ਤੇ ਉਹ ਕਹਿ ਰਹੇ ਨੇ ਕਿ ਖੁੱਲੇ ਮਨ ਦੇ ਨਾਲ, ਆਪਸੀ ਸਲਾਹ ਦੇ ਨਾਲ ਇਸ ਮਸਲੇ ਨੂੰ ਸੁਲਝਾਉਣ ਸਾਰੇ ਸੂਬੇ, ਚਾਹੇ ਪੰਜਾਬ ਹੈ, ਹਰਿਆਣਾ ਹੈ, ਹਿਮਾਚਲ ਹੈ, ਦਿੱਲੀ ਹੈ, ਜਿਹੜੇ ਇਸ ਦੇ ਵਿੱਚ ਸਟੇਕ ਹੋਲਡਰਸ ਨੇ। ਤਾਂ ਇੱਕ ਵੱਡੀ ਸਟੇਟਮੈਂਟ ਲਾਜ਼ਮੀ ਤੌਰ ਤੇ ਇਸ਼ੂ ਨੂੰ ਚੁੱਕਿਆ ਗਿਆ ਸੀ, ਉਸ ਦੇ ਉੱਤੇ ਸਟੇਟਮੈਂਟ, ਇਸ ਦੇ ਉੱਤੇ ਬਿਆਨ ਵੀ ਗ੍ਰਹਿ ਮੰਤਰੀ ਦਾ ਸਾਹਮਣੇ ਆ ਗਿਆ। ਗਰੇਵਾਲ ਸਾਹਿਬ, ਤੁਸੀਂ ਆਪਣੀ ਗੱਲ ਕੰਪਲੀਟ ਵੀ ਕਰ ਸਕਦੇ ਹੋ, ਸਲਾਹ ਦੇ ਰਹੇ ਨੇ ਦੇਸ਼ ਦੇ ਗ੍ਰਹਿ ਮੰਤਰੀ। ਥੈਂਕ ਯੂ ਉਹਨਾਂ ਦਾ। ਬਿਲਕੁਲ, ਸੁੱਖੂ ਜੀ ਵੀ ਵਿਚਾਰੇ G20 ਗਏ ਸੀਗੇ ਕਿ ਮੈਨੂੰ ਪ੍ਰਧਾਨ ਮੰਤਰੀ ਜੀ ਵੈਸੇ ਤਾਂ ਮਿਲਦੇ ਨਹੀਂ, ਇਹਨੂੰ ਨੈਸ਼ਨਲ ਡਿਜ਼ਾਸਟਰ ਹੀ ਕਹਿ ਦਿਓ, ਇਹਨਾਂ ਨੂੰ ਪਰਵਾਹ ਨਹੀਂ ਜੀ, ਇਹਨਾਂ ਨੂੰ ਆਪਣੀਆਂ ਵੋਟਾਂ ਦੀ ਪਰਵਾਹ। ਪਹਿਲੀ ਗੱਲ। ਦੂਜੀ ਗੱਲ, ਅਸੀਂ ਕਹਿ ਕੀ ਰਹੇ ਹਾਂ ਕਿ ਬਹਿ ਕੇ ਗੱਲ ਕਰ ਲੈਂਦੇ ਹਾਂ। ਕਿਸਾਨ ਅੰਦੋਲਨ, ਤੁਹਾਡੀ ਧੌਣ ਵੀ ਤਾਂ ਪੰਜਾਬ, ਹਰਿਆਣਾ, ਹਿਮਾਚਲ ਨਹੀਂ ਝਕਾਈ, ਇੱਕ ਵੈਸਟਰਨ UP ਨਾਲ ਸਾਡੇ ਜੁੜ ਗਿਆ, ਤੁਹਾਨੂੰ ਸਮਝ ਨਹੀਂ ਆਉਂਦੀ ਹੋ ਕੀ ਗਿਆ। ਸਰ ਪਾਣੀ ਦੇ ਮੁੱਦੇ ਤੇ ਗੱਲ ਕਰ ਰਹੇ ਹਾਂ, ਤਬਾਹੀ ਸਾਰੇ ਪਾਸੇ ਬਰਾਬਰ ਆਈ ਸੀ ਸਰ, ਸਾਰੇ ਪਾਸੇ ਬਰਾਬਰ ਆਈ ਸੀ। ਐਂਡ ਮੋਸਟ ਇੰਪੋਰਟੈਂਟਲੀ ਧੰਨਵਾਦ ਕੀਤਾ BJP ਦੇ ਪ੍ਰਵਕਤਾ ਨੇ, ਪਤਾ ਨਹੀਂ ਕਿੱਥੇ ਬਣਾ ਰਹੇ ਨੇ, ਕਿਹੜਾ ਕੌਣ, ਇੰਫਾਲ 'ਚ ਵੀ ਕਰਾ ਲਓ, ਮਿਜ਼ੋਰਮ 'ਚ ਵੀ ਕਰਾ ਲਓ। ਜਾਪਾਨ ਦਾ ਤਾਂ ਪ੍ਰਧਾਨ ਮੰਤਰੀ ਵੀ ਨਹੀਂ ਅਸਾਮ ਜਾ ਸਕਿਆ ਸੀ, ਜਿੱਥੇ ਤੁਹਾਡੇ ਜਿਹੜੇ ਨਵੇਂ ਮੁਸਲਮਾਨ ਹੋਏ ਨੇ ਉਹ ਚੀਫ ਮਿਨਿਸਟਰ ਨੇ। ਹੁਣ ਇੰਫਾਲ 'ਚ ਕਰਾਓ, ਜਰਾ ਪਤਾ ਤਾਂ ਲੱਗੇ, ਤੁਹਾਡਾ ਵੀ ਪਤਾ ਲੱਗੇ ਕਿੰਨੇ ਤੁਸੀਂ ਰਾਸ਼ਟਰਵਾਦੀ ਹੋ। ਮੁੱਖ ਦੀ ਗੱਲ ਇਹ ਹੈ ਜੀ, ਤਬਾਹ ਕਰਕੇ ਧਰਤਾ ਪੰਜਾਬ ਨੂੰ, ਤਬਾਹ ਕਰਤਾ 9 ਸਾਲ ਨਾਲ। ਹੋਰ ਗੱਲਾਂ ਦੀਆਂ ਗੱਲਾਂ, 3.5 ਕਰੋੜ ਦਰਖਤ ਦੇ ਪੈਸੇ ਕਿੰਨੇ ਹੋਣਗੇ ਗੌਰਵ ਜੀ? ਠੀਕ ਹੈ, ਚਲੋ ਮੈਂ ਇੱਕ ਬਹੁਤ ਸਿੱਧਾ ਸਵਾਲ ਪੁੱਛ ਰਿਹਾ, ਉਸ ਤੋਂ ਬਾਅਦ ਮੈਂ ਰੁਕ ਕਰਦਾ ਨਾਰੰਗ ਸਾਹਿਬ ਦਾ ਤੇ ਬਾਕੀ ਜਿਹੜੇ ਮਹਿਮਾਨ ਜੁੜੇ ਹੋਏ ਨੇ।
ਇਸ ਮੀਟਿੰਗ ਦੇ ਵਿੱਚ ਚੁੱਕੇ ਗਏ ਮੁੱਦਿਆਂ ਦਾ ਪੰਜਾਬ ਨੂੰ ਫਾਇਦਾ ਹੋਏਗਾ, ਇਹ ਸਮਝਿਆ ਜਾਵੇ ਗਰੇਵਾਲ ਸਾਹਿਬ? ਅਸੀਂ ਇਹ ਬੇਨਤੀ ਕਰ ਰਹੇ ਹਾਂ ਕਿ ਤੁਸੀਂ ਸਾਨੂੰ ਦੇਣਾ ਤਾਂ ਕੁਝ ਹੈ ਨਹੀਂ, ਨਾ ਹਰਿਆਣੇ ਨੂੰ ਨਾ ਹਿਮਾਚਲ ਨੂੰ ਨਾ ਪੰਜਾਬ। ਤੁਸੀਂ ਸਾਨੂੰ ਕੱਖ ਨਹੀਂ ਦੇਣਾ, ਅਸੀਂ ਵੱਧ ਦਿੰਦੇ ਹਾਂ, ਤੁਸੀਂ ਸਾਨੂੰ ਕੱਖ ਨਹੀਂ ਦੇਣਾ। ਘੱਟੋ ਘੱਟ ਆਪਣੀ ਜ਼ਹਿਰ ਇੱਥੇ ਨਾ ਪਿਲਾਓ ਸਾਨੂੰ, ਆਪਣੇ ਮੁੱਦੇ ਆਪ ਸੁਲਝਾ ਲੈਣ। ਅਸੀਂ ਸੁੱਖੂ ਜੀ ਨਾਲ ਵੀ ਕੱਟਰ ਜੀ ਚੱਲੀ ਹੈ। ਨਹੀਂ, ਉਹ ਤਾਂ ਦੇਖੋ ਸੁਪਰੀਮ ਕੋਰਟ ਨੇ ਵੀ ਕਿਹਾ ਬਹੁਤ ਲੰਬੇ ਟਾਈਮ ਤੋਂ ਐਸਵਾਈਐਲ ਦੇ ਮੁੱਦੇ ਉੱਤੇ ਕਿ ਤੁਸੀਂ ਵਿਚੋਲਗੀ ਕਰ ਲਓ ਸੈਂਟਰ ਨੂੰ, ਪੰਜਾਬ ਹਰਿਆਣਾ ਬੈਠ ਕੇ ਇਸ਼ੂ ਨੂੰ ਸੌਰਟ ਆਊਟ ਕਰਨਾ। ਨਹੀਂ ਹੋ ਰਿਹਾ ਨਾ ਸਰ ਉਹ ਤਾਂ। ਸਰ ਜੀ ਇੰਟਰਸਟ ਨਹੀਂ ਸੀ ਨਾ ਅਕਾਲੀਆਂ ਦਾ, ਨਹੀਂ ਪਰ ਗੱਲ ਇਹ ਹੈ ਨਾ, ਮੈਂ ਗਰੇਵਾਲ ਸਾਹਿਬ ਪੁਆਇੰਟ ਇਹ ਹੈ ਕਿ ਜੇਕਰ ਉਹ ਖੜ ਜਾਓ ਜਵਾਬ ਲੈ ਲਓ ਕਿ 25 ਮਿੰਟ ਤੁਹਾਡੀ ਸੁਣੀਏ, ਚੁੱਪ ਕਰੋ ਤੁਸੀਂ 2 ਮਿੰਟ। ਹਾਂਜੀ ਵਾਰ ਜੀ ਸਵਾਲ ਪੁੱਛੋ। ਮੈਂ ਤਾਂ ਇਹ ਕਹਿ ਰਿਹਾ ਕਿ ਜਦੋਂ ਆਪਾਂ ਸਲਾਹ ਜਾਂ ਫਿਰ ਗੱਲਬਾਤ ਦਾ ਜ਼ਿਕਰ ਕਰਦੇ ਹਾਂ ਫਿਰ ਉਹਦਾ ਇੱਕ ਇਹ ਮਤਲਬ ਹੁੰਦਾ ਹੈ ਕਿ 2 ਕਦਮ ਅੱਗੇ ਵਧਣਗੇ, ਤੁਸੀਂ 2 ਕਦਮ ਅੱਗੇ ਵਧੋਗੇ, ਫਿਰ ਤਾਂ ਹੀ ਮਸਲਾ ਹੱਲ। ਡਾਂਗਾ ਮਾਰ ਕੇ। ਅੱਛਾ ਜੀ, ਅੱਛਾ ਹੁਣ ਸੁਣੋ, ਪਹਿਲੀ ਗੱਲ ਤਾਂ ਮੈਨੂੰ ਤੁਹਾਡੀ ਨਹੀਂ ਸੁਣੀ, ਦੂਜੀ ਇਹਨਾਂ ਦੀ ਨਹੀਂ ਸੁਣੀ। ਗੱਲ ਇਹ ਕਿ ਡਾਂਗਾ ਨਾਲ ਕਿਹਦੇ ਵੱਜਣੀਆਂ ਨੇ ਲੋਕ ਸਭਾ 'ਚ ਪਤਾ ਲੱਗਿਆ ਜਦੋਂ ਤੁਹਾਡੇ MP ਸਾਹਿਬ ਬੋਲੇ ਤੇ ਕਾਟ ਦੇਂਗੇ ਜਦੋਂ ਤੁਹਾਡੇ। ਠੀਕ ਹੈ, ਚਲੋ ਭਾਈ ਇਸ਼ੂ ਤੇ ਮੈਂ ਰਿਕੁਐਸਟ ਕਰਾਂਗਾ, ਬਹੁਤ ਸਾਰੇ ਇਸ਼ੂਜ਼ ਦੇ ਉੱਪਰ ਆਪਾਂ ਅਲੱਗ-ਅਲੱਗ ਗੱਲ ਕਰਦੇ ਹਾਂ, ਜਿਸ ਦੇ ਉੱਤੇ ਰਹੀਏ। ਤੁਹਾਡਾ ਸਵਾਲ ਦੱਸੋ। ਨਹੀਂ ਇਹਨਾਂ ਦਾ ਸਵਾਲ, ਗੌਰਵ ਜੀ ਦਾ ਸਵਾਲ ਤਾਂ ਸੁਣੂਗਾ ਮੈਨੂੰ। ਭੁੱਲਰ ਸਾਹਿਬ 2 ਮਿੰਟ ਰੁਕ ਜਾਓ, ਚਲੋ ਥੋੜੇ ਵੇਟ ਕਰ ਲਓ, ਮੈਂ ਸਵਾਲ ਲੈ ਆਣਾ, ਮੈਂ ਬਾਕੀ ਮਹਿਮਾਨਾਂ ਦਾ ਇੱਕ ਵਾਰ ਰੁਕ ਕਰਵਾ। ਤੁਸੀਂ ਸਭ ਦਾ ਜਵਾਬ ਦਿੱਤਾ ਹੈ, ਤੁਸੀਂ ਸਵਾਲ ਤਾਂ ਪੁੱਛ ਲਓ। ਮੇਰਾ ਸਵਾਲ ਤਾਂ ਇਹ ਹੈ ਸਰ, ਤੁਹਾਨੂੰ ਲੱਗਦਾ ਹੈ ਕਿ ਗ੍ਰਹਿ ਮੰਤਰੀ ਦੇ ਸੁਝਾਅ ਦੇ ਉੱਤੇ ਗੌਰ ਕੀਤਾ ਜਾ ਸਕਦਾ ਹੈ ਕਿ ਜੇ ਗੌਰ ਕੀਤਾ ਜਾ ਸਕਦਾ ਫਿਰ ਮੁੱਦਾ ਤਾਂ ਹੀ ਸੁਲਝਦਾ ਹੁੰਦਾ ਕਿ 2 ਕਦਮ ਇੱਕ ਪਾਰਟੀ ਅੱਗੇ ਵਧੇ, 2 ਕਦਮ ਦੂਜੀ ਪਾਰਟੀ ਅੱਗੇ ਵਧੇ, ਤਾਂ ਫਿਰ ਮਸਲੇ ਹੱਲ ਹੋ ਜਾਂਦੇ ਨੇ। ਹੋਰ ਮਾਨ ਸਾਹਿਬ ਕਹਿ ਕੇ ਆਏ ਨੇ, ਮਾਨ ਸਾਹਿਬ ਨੇ ਇਹੀ ਤਾਂ ਕਿਹਾ ਕਿ ਗ੍ਰਹਿ ਮੰਤਰੀ ਜੀ ਰੱਬ ਦਾ ਵਾਸਤਾ ਹੈ, ਘੱਟੋ ਘੱਟ ਇਹਨੂੰ ਇਸ ਲੋਟ ਤਾਂ ਸੁਲਝਾ ਲਓ। ਅਸੀਂ ਤਾਂ ਮਾਨ ਸਾਹਿਬ ਨੇ ਕਿਹਾ ਕਿ ਮਾਨ ਸਾਹਿਬ ਨੇ ਇਹੀ ਤਾਂ ਕਿਹਾ ਕਿ ਘੱਟੋ ਘੱਟ ਹੁਣ ਇੱਕ ਜੈਨੂਇਨ ਮੌਕਾ ਦਾ ਦੇ ਦਿਓ। ਹੁਣ ਤਾਂ ਤੁਹਾਡੇ ਇੰਟਰਸਟ ਤਾਂ ਅਸੀਂ ਖਤਮ ਕਰਤੇ, ਤੁਸੀਂ ਤਾਂ ਦੁਬਾਰਾ ਵੜਦੇ ਤੁਹਾਨੂੰ ਨਹੀਂ, ਅਸੀਂ ਦਿੱਲੀ ਤੋਂ ਤਾਂ ਵੜਨ ਦੇ, ਰੁਕ ਜਾਓ ਥੋੜੀ ਦੇਰ। ਠੀਕ ਹੈ, ਚਲੋ ਆਪਾਂ ਸਾਰਿਆਂ ਤੋਂ ਜਵਾਬ ਲਈਏ, ਤੁਹਾਡੀ ਆਵਾਜ਼ ਸਾਰਿਆਂ ਤੱਕ ਪਹੁੰਚੀ ਹੋਏਗੀ, ਇੱਕ ਕਰਕੇ ਨਾਲ ਜਵਾਬ ਦਿੰਦੇ ਰਹੋ। ਬਹੁਤ ਛੋਟਾ ਜਵਾਬ, ਮੇਰੀ ਗੁਜ਼ਾਰਿਸ਼ ਹੈ ਸਾਰਿਆਂ ਨੂੰ ਕਿ ਆਪਣੇ ਸਵਾਲ ਦਾ ਜਵਾਬ ਬਹੁਤ ਛੋਟੇ ਰੱਖਣ। ਭੁੱਲਰ ਸਾਹਿਬ ਤੁਸੀਂ ਕੁਝ ਕਹਿਣਾ ਚਾਹ ਰਹੇ ਹੋ? ਭੁੱਲਰ ਜੀ। ਗੌਰਵ ਜੀ, ਗਰੇਵਾਲ ਸਾਹਿਬ ਦਾ ਹਿਸਾਬ ਤੇ ਉਹ ਲੱਗ ਰਿਹਾ ਸੀਗਾ ਕਿ ਕੋਈ ਤਿਆਰੀ ਕਰਕੇ ਆ ਗਿਆ ਮਾਈ ਬੈਸਟ ਫਰੈਂਡ ਦੇ ਐਸੇ ਦੀ, ਤੇ ਅੱਗੇ ਉਹਦੀ ਆ ਗਿਆ ਸਿਲੇਬਸ ਦੇ ਵਿੱਚ ਇਮਤਿਹਾਨ ਦੇ ਵਿੱਚ ਮਾਈ ਫਾਦਰ ਦਾ। ਠੀਕ ਹੈ, ਮਤਲਬ ਸਵਾਲ ਕੁਛ ਕਰ ਰਹੇ ਆ, ਇਹ ਤੁਰੇ ਫਿਰਦੇ ਪਾਕਿਸਤਾਨ, ਪਤਾ ਨਹੀਂ ਕਿੱਥੇ, ਕਿੱਧਰ, ਦਿੱਲੀ, ਇੱਧਰ ਉੱਧਰ। ਗੱਲ ਇਹ ਹੈ ਕਿ ਜਦੋਂ ਮੌਕਾ ਸੀ ਗੱਲ ਕਰਨ ਦਾ, ਜਦੋਂ ਮੌਕਾ ਸੀ ਜਾ ਕੇ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਦਾ, ਜਦੋਂ ਮੌਕਾ ਸੀਗਾ ਹੋਮ ਮਿਨਿਸਟਰ ਸਾਹਿਬ ਨੂੰ ਮਿਲਦਾ, ਬਾਕੀਆਂ ਨੂੰ ਮਿਲਦਾ, ਉਦੋਂ ਤੇ ਤੁਸੀਂ ਕੇਜਰੀਵਾਲ ਦੀ ਚੱਕਰੀ ਕਰਦੇ ਰਹੇ ਹੋ। ਉਦੋਂ ਤੇ ਕੇਜਰੀਵਾਲ ਨੂੰ ਹੈਲੀਕਾਪਟਰ 'ਚ ਬਿਠਾ ਕੇ ਤੇ ਕਿੱਥੇ ਕਿੱਥੇ ਘੁੰਮਦੇ ਰਹੇ ਹੋ ਜਾ ਕੇ। ਤੁਸੀਂ ਪੰਜਾਬ ਦਾ ਪੈਸਾ ਬਰਬਾਦ ਕੀਤਾ, ਪੰਜਾਬ ਦਾ ਸਮਾਂ ਬਰਬਾਦ ਕੀਤਾ। ਬੀਇੰਗ ਹੈ ਮੁੱਖ ਮੰਤਰੀ ਜਿਹੜਾ ਪੰਜਾਬ 'ਚ ਧਿਆਨ ਦੇਣਾ ਚਾਹੀਦਾ ਸੀਗਾ, ਉਹ ਤੁਸੀਂ ਉਹਦੀ ਚੱਕਰੀ ਚਲਾਤਾ। ਹੁਣ ਤੁਸੀਂ ਇੱਥੇ ਬੈਠੇ, ਤੁਹਾਨੂੰ ਸਵਾਲ ਕੀਤਾ ਜਾ ਰਿਹਾ ਵੀ ਇਹਦਾ ਫਾਇਦਾ ਕੀ ਹੋਊਗਾ। ਤੁਸੀਂ ਪਾਕਿਸਤਾਨ ਪਹੁੰਚ ਜਾਂਦੇ ਹੋ, ਕਦੀ ਤੁਸੀਂ ਕਿਤੇ ਪਹੁੰਚ ਜਾਂਦੇ ਹੋ, 5 ਦਰਿਆਵਾਂ ਦੇ ਪਹੁੰਚ ਜਾਂਦੇ ਹੋ, ਤੁਹਾਡੇ ਕੋਲ ਜਵਾਬ ਤਾਂ ਹੈ ਨਹੀਂ, ਕਿਉਂਕਿ ਐਸੇ ਤੁਹਾਡਾ ਜਿਹੜਾ ਹੈਗਾ ਮਾਈ ਬੈਸਟ ਫਰੈਂਡ ਦਾ ਹੈ ਜਿਹੜਾ ਯਾਦ ਕਰਕੇ ਆਏ ਹੋ, ਤੇ ਆ ਗਿਆ ਮਾਈ ਫਾਦਰ ਦਾ, ਹੁਣ ਉਹਦਾ ਜਵਾਬ ਨਹੀਂ ਹੈ ਤੁਹਾਡੇ ਕੋਲ। ਚਲੋ ਜਵਾਬ ਛੋਟਾ ਜਿਹਾ ਜਵਾਬ ਰੱਖੋ ਗਰੇਵਾਲ ਸਾਹਿਬ, ਬਹੁਤ ਛੋਟਾ ਜੀ। ਲਓ ਫਿਰ ਮਾਈ ਫਾਦਰ ਦਾ ਜਵਾਬ ਸੁਣ ਲਓ। ਕੋਸ਼ਿਸ਼ ਕਰਦੇ ਹੋ ਗਰੇਵਾਲ ਸਾਹਿਬ ਜੀ, ਅਸੀਂ ਆਵਾਜ਼ ਨਹੀਂ ਦੱਬਣ ਦਾਂਗੇ ਲੋਕਾਂ ਦੀ। ਹੁਣ ਬਿਲਕੁਲ ਲੋਕਾਂ ਨੂੰ ਡਾਂਗਾਂ ਨਹੀਂ ਮਾਰਦੇ ਹੋ ਤੁਸੀਂ, ਕਿਸਾਨਾਂ ਨੂੰ, ਅਧਿਆਪਕਾਂ ਨੂੰ, ਜਿਹੜੀਆਂ ਤੁਸੀਂ ਪਟਵਾਰੀਆਂ ਨੂੰ, ਹਰ ਕਿਸੇ ਨੂੰ ਦੱਬਣ ਦੀ ਕੋਸ਼ਿਸ਼ ਕਰ। ਮੈਂ ਜਵਾਬ ਲਵਾਣਾ ਨਾਲ ਦੀ ਨਾਲ। ਭੁੱਲਰ ਜੀ ਤੁਹਾਡਾ ਪੁਆਇੰਟ ਆ ਗਿਆ, ਜਵਾਬ ਲੈ ਲਓ ਇੱਕ ਵਾਰੀ, ਜਵਾਬ ਲੈ ਲਓ ਸਰ, ਛੋਟਾ ਜਿਹਾ ਜਵਾਬ ਲੈ ਲਓ। ਠੀਕ ਹੈ, ਜਵਾਬ ਲੈ ਲਓ ਗਰੇਵਾਲ ਸਾਹਿਬ। ਉਹ ਯਾਰ ਬਾਈ ਗੋਡ ਇੰਨਾ ਕਰੌਲਾ ਪਾਤਾ, ਮੈਂ ਹੈਰਾਨ ਹੋ ਗਿਆ। ਮੈਂ ਸੋਚ ਰਿਹਾ ਸੀ ਕਿ ਟ੍ਰੇਨਿੰਗ ਕਿੱਥੋਂ ਇਹ ਚਲੋ। ਪਹਿਲੀ ਜਵਾਬ ਇਹ ਹੈ ਸਰ, ਜਵਾਬ ਇਹ ਕਿ ਸਾਡੇ ਲਈ ਅਸੀਂ ਡਿਵਾਈਡਡ ਚੀਜ਼ ਨਹੀਂ ਦੇਖਦੇ, ਅਸੀਂ ਪੂਰੀ ਚੀਜ਼ ਦੇਖਦੇ। ਭੁੱਲਰ ਸਾਹਿਬ ਨੇ ਕਿਹਾ ਐਸੇ ਮਾਈ ਫਾਦਰ ਦਾ ਕਰਕੇ ਆਏ ਹੋ ਫਲਾਣਾ, ਮਾਈ ਫਾਦਰ ਨੇ ਮੈਨੂੰ ਸਿਖਾਇਆ ਸੀ ਕਿ ਪੁੱਤ ਇਹ ਆਪਣੀ ਧਰਤੀ, ਇਹਨੂੰ ਪਿਆਰ ਕਰਦੇ ਆ, ਇਹਦੇ ਲਈ ਕੁਛ ਵੀ ਕਰਨਾ, ਇਹਦੇ ਸਾਰੇ ਆਪਣੇ ਜੋ ਕਿ ਸਿੱਧ ਹੋਇਆ ਕਿਸਾਨ ਅੰਦੋਲਨ। ਪਹਿਲੀ ਗੱਲ ਮਾਈ ਫਾਦਰ ਦਾ ਐਸਾ ਸੁਣ ਲਓ। ਐਂਡ ਮਾਨ ਸਾਹਿਬ ਵੀ ਮਾਈ ਫਾਦਰ ਦਾ ਐਸੇ, ਉਹਨਾਂ ਦੇ ਪਿਤਾ ਜੀ ਨੇ ਵੀ ਇਹੀ ਸਿਖਾਇਆ ਕਿ ਬੱਚਿਓ ਵੰਡਤਾ ਆਪਾਂ ਨੂੰ, ਹੁਣ ਇਕੱਠੇ ਹੋਏ। ਪਹਿਲੀ ਗੱਲ। ਦੂਜੀ ਗੱਲ, ਜਿਹੜੇ ਲੋਕ ਫਸੇ ਮਹਿਸੂਸ ਕਰਦੇ ਆ ਕਿ ਮੈਂ ਤਾਂ ਇੱਥੇ ਫਸ ਗਿਆ, ਕੱਲ ਇਕੱਠੇ ਹੋਣਗੇ ਤਾਂ ਮੈਂ ਬਚ ਜੂ, ਨਹੀਂ ਤਾਂ ਮੈਂ ਜਾਊਂ ਕਿੱਥੇ। ਉਹ ਮੈਂ ਨਾ ਸਮਝਾਂਗੇ ਕੁਝ ਬੋਲਣ, ਕਿਉਂਕਿ ਉਹਨਾਂ ਦੇ ਮੂੰਹ ਚੋਂ ਪਰਸਨਲ ਟਿੱਪਣੀ ਤੇ ਕੋਈ ਨਾ ਕੋਈ ਇਹੋ ਜਿਹੀ ਗੱਲ ਨਿਕਲਣੀ ਜੀ। ਮੈਂ ਸਰ ਜੋ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਪੰਜਾਬ ਜਿਹੜਾ 5 ਦਰਿਆਵਾਂ ਦੀ ਧਰਤੀ ਹੈ, ਸਾਡੇ ਇੱਕ ਪ੍ਰੋਬਲਮ ਹੈ। ਸਾਡੇ ਪਹਿਲਾਂ ਪਹਿਲਾਂ ਵੈਸਟ ਛੜ ਆਏ, ਫਿਰ ਈਸਟ ਛੜ ਆਏ। ਜਿਹੜੇ ਉਧਰ ਬੇਵਕੂਫ ਬੈਠੇ ਆ ਉਹਨਾਂ ਨੇ ਵੀ ਤਬਾਹੀ ਪਾਤੀ, ਜਿਹੜੇ ਇੱਧਰ ਬੇਵਕੂਫ ਬੈਠੇ ਉਹਨਾਂ ਨੇ ਵੀ ਤਬਾਹੀ ਪਾਤੀ। ਐਂਡ ਆਪਾਂ ਨੂੰ ਹੁਣ ਰਲ ਕੇ ਇਹਦਾ ਹੱਲ ਕਰਨਾ ਪੈਣਾ। ਜੇ ਹੱਲ ਕਰਨਾ, ਸਿਆਣੇ ਸੁੱਖੂ ਜੀ ਵੀ ਤਾਂ ਵਿਚਾਰੇ ਕਿੱਧਰੋਂ ਮੰਗਦੇ ਫਿਰਦੇ ਸੀ ਸਰ। ਉਹ ਵਿਚਾਰੇ ਕਿੱਥੇ ਕਿ ਨੈਸ਼ਨਲ ਡਿਜ਼ਾਸਟਰ ਵੀ। ਸਰ ਮੇਰੀ ਮਾਂ ਦਾ ਜਨਮ ਸੋਲਨ ਦਾ,
मैं पढ़िया अंदोलन च तबाह हो गया इलाका हो, पर नहीं ये नहीं बोलणगे, ये थोड़ी बोलणगे, क्योंकि इन्होंने उत्थे हिंदू सिख हिंदू मुसलमान कुछ ना कुछ नजर आऊगा। मेरे कहने का भाव सिर्फ ये मानता बोले और रुको रुको और सर जी शाखा थोड़ी है भुल्लर साहब शाखा थोड़ी है। केजरीवाल ਦੀ ਚਾਕਰੀ ਤੋਂ ਉਹਨਾਂ ਨੂੰ ਹਟਾਓ, ਭੁੱਲਰ ਜਿਹੜੇ ਕੇਜਰੀਵਾਲ ਦੀ ਚਾਕਰੀ ਕਰੀ ਜਾਂਦੇ ਉਹਨਾਂ ਤੋਂ ਹਟਾਓ ਉਹਨਾਂ ਨੂੰ ਤੁਸੀਂ। ਆ ਸੁਣ ਲਓ एक एक करके गरेवाल साहब छोटा रखो प्लीज, मेरी रिक्वेस्ट है जवाब नू। खडियाल साहब और नारंग जी बहुत देर से इंतजार कर रहे हैं, उन्होंने तो जवाब देना बहुत जरूरी है। मेरी रिक्वेस्ट है एक एक करके गल रखते रहो, लोगों तक गल पहुंच पाती है, पर रोजाना यही गल बार-बार दोहराना पैंदा। भुल्लर जी थोड़ी वेट कर लियो, ਤੁਸੀਂ ਆਪਣਾ ਪੁਆਇੰਟ ਰੱਖ ਦਿੱਤਾ ਸੀ। ਗਰੇਵਾਲ ਜੀ ਕੰਪਲੀਟ ਕਰੋ ਸਰ, 10 ਸੈਕਿੰਡਸ ਹੈ ਪਲੀਜ਼। ਕੰਪਲੀਟ ਕਰਦਾ ਇਹ ਹੁੰਦਾ ਚੀਕਾਂ ਦਾ ਅਸਰ ਕਿ ਬੰਦਾ ਸਾਹਮਣੇ ਵਾਲਾ ਸੋਚਦਾ। ਸਾਡੇ ਲਈ ਫਕਰ ਦੀ ਗੱਲ ਹੈ, ਸਾਡੇ ਸਰਦਾਰ ਭਗਵੰਤ ਸਿੰਘ ਮਾਨ ਕੇਜਰੀਵਾਲ ਸਾਹਿਬ ਨਾਲ ਦੇਸ਼ ਦੇ ਕੋਨੇ-ਕੋਨੇ 'ਚ ਕਹਿ ਰਹੇ ਕਿ ਫਾਸਿਸਟ ਕਾਨੂੰਨ ਨਹੀਂ ਆਉਣ ਦੇਵਾਂਗੇ। ਪੰਜਾਬ ਦਾ ਹੈਲੀਕਾਪਟਰ ਜਾਂਦਾ, ਮਾਨ ਨਾ ਜਾਂਦਾ, ਪੰਜਾਬ ਪੁਲਿਸ ਜਾਂਦੀ ਹੈ, ਸਾਰੇ ਦੇਸ਼ ਕਹਿ ਕੇ ਆਉਂਦੀ ਹੈ ਕੇਜਰੀਵਾਲ ਨੂੰ ਅੰਦਰ ਨਹੀਂ ਜਾਣ ਦੇਵਾਂਗੇ, ਸਿਰਫ ਇਸ ਕਰਕੇ ਕੇਜਰੀਵਾਲ ਨੂੰ ਅੰਦਰ ਨਹੀਂ ਜਾਣ ਦੇਵਾਂਗੇ। ਪੰਜਾਬ ਦਾ ਇੱਕ ਵੀ ਮੁੱਦਾ ਜਾ ਕੇ ਚੱਕਿਆ, ਪੰਜਾਬ ਦਾ ਇੱਕ ਵੀ ਮੁੱਦਾ ਚੱਕਿਆ ਕਿਤੇ? ਸਿਰਫ ਕੇਜਰੀਵਾਲ ਨੂੰ ਅੰਦਰ ਨਹੀਂ ਜਾਣ ਦੇਵਾਂਗੇ। ਬਿਹਾਰ ਦੇ ਦਰਵਾਜ਼ੇ ਖੁੱਲੇ ਪਏ ਕੇਜਰੀਵਾਲ ਲਈ, ਉੱਥੇ ਨਹੀਂ ਜਾਣ ਦੇਵਾਂਗੇ ਸਿਰਫ ਇਸ ਕਰਕੇ। ਚਲੋ ਵੇਟ ਕਰਿਓ ਗਰੇਵਾਲ ਸਾਹਿਬ ਔਰ ਭੁੱਲਰ ਜੀ, ਵੇਟ ਕਰਿਓ। ਮੈਂ ਇੱਕ ਵਾਰੀ ਖੜਿਆਲ ਸਾਹਿਬ ਔਰ ਨਾਰੰਗ ਜੀ ਦਾ ਰੁਖ ਕਰਾਂ, ਤੁਸੀਂ ਉਹਨਾਂ ਦੇ ਉੱਤੇ ਵੀ ਬਹੁਤ ਸਾਰੇ ਐਲੀਗੇਸ਼ਨਸ ਲਗਾਉਂਦੇ ਹੋਏ ਨਜ਼ਰ ਆਏ ਹੋ। ਖੜਿਆਲ ਸਾਹਿਬ, ਤੁਸੀਂ ਬਹੁਤ ਸਾਰੇ ਇਸ਼ੂਜ਼ ਦਾ ਜ਼ਿਕਰ ਕੀਤਾ ਕਿ ਵਿਧਾਨ ਸਭਾ ਦੀ ਜ਼ਮੀਨ ਜਾਂ ਫਿਰ ਚੰਡੀਗੜ੍ਹ ਦਾ ਇਸ਼ੂ। ਦੇਖੋ ਮੌਕੇ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਇਹ ਤਾਂ ਬਹੁਤ ਵੱਡਾ ਪਲੇਟਫਾਰਮ ਸੀ। ਇਨਫੈਕਟ ਜਿਹੜੇ ਵੱਖ-ਵੱਖ ਸਟੇਕ ਹੋਲਡਰਸ ਨੇ ਉਹ ਵੀ ਸਾਹਮਣੇ ਬੈਠੇ ਹੋਏ ਸੀ, ਤਾਂ ਉਹ ਮੌਕੇ ਨੂੰ ਨਹੀਂ ਪੜਾਇਆ ਸੀਐਮ ਨੇ। ਤੁਹਾਡੀ ਆਵਾਜ਼ ਨਹੀਂ ਆ ਰਹੀ। ਆ ਰਹੀ ਹੈ ਗੌਰਵ ਜੀ, ਹੁਣ ਆਵਾਜ਼ ਆ ਰਹੀ ਜੀ। ਗੌਰਵ ਜੀ ਆਪਣੇ ਕੋਲੇ ਮੌਕੇ ਹੀ ਮੌਕੇ ਸੀਗੇ। ਜਿਹੜਾ ਅਮਿਤ ਸ਼ਾਹ ਸਾਹਿਬ ਨੇ ਅਨਾਉਂਸਮੈਂਟ ਕੀਤੀ ਸੀ ਨਾ ਵੀ ਹਰਿਆਣਾ ਨੂੰ ਵੱਖਰੀ ਜ਼ਮੀਨ ਅਲਾਟ ਕਰਾਂਗੇ ਵਿਧਾਨ ਸਭਾ ਦੇ ਲਈ, ਆ ਖਬਰ ਮੈਂ ਦਿਖਾਤੀ ਲੋਕਾਂ ਨੂੰ ਤਾਂ ਕਿ ਕਲੈਰਿਟੀ ਦੇਵੇ। ਇਹ ਖਬਰ ਹੈ ਕਿ ਗੌਰਵ ਜੀ ਜੁਲਾਈ 10 2022 यानी कि 1 साल 2 महीने पुरानी खबर ते 1 साल 2 महीने के टाइम दे विच आम आदमी पार्टी की सरकार ने की कीता जो इस फैसले नू नल एंड वॉइड कर दे, ये फैसले नू खारिज कर दे जट। नथिंग वाज डन, ना कोई मीटिंग, ना कोर्ट, ना कोई अटेम्प्ट, कुछ भी नहीं। हुण सीएम साहब दा एक ट्वीट है आ मुद्दे ते, आ ट्वीट मैं दिखा के करूंगा ते दसदा है की लिखिया होया। ਇਹ ਲਿਖਿਆ ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਹਰਿਆਣਾ ਦੀ ਤਰਫ ਤੇ ਸਾਡੇ ਪੰਜਾਬ ਲਈ ਵੀ ਆਪਣੀ ਵਿਧਾਨ ਸਭਾ ਬਣਾਉਣ ਲਈ ਚੰਡੀਗੜ੍ਹ ਵਿੱਚ ਜ਼ਮੀਨ ਅਲਾਟ ਕੀਤੀ ਜਾਵੇ। ਲੰਮੇ ਸਮੇਂ ਤੋਂ ਮੰਗ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਵੱਖ-ਵੱਖ ਕੀਤਾ ਜਾਵੇ, ਇਸ ਦੇ ਲਈ ਵੀ ਕਿਰਪਾ ਕਰਕੇ ਕੇਂਦਰ ਸਰਕਾਰ ਚੰਡੀਗੜ੍ਹ ਵਿੱਚ ਜ਼ਮੀਨ ਮੁਹੱਈਆ ਕਰਵਾਵੇ। ਠੀਕ ਹੈ ਗੌਰਵ ਜੀ, ਕਿੱਥੇ ਤਾਂ ਕੰਡੈਮ ਕਰਨਾ ਸੀਗਾ ਅਮਿਤ ਸ਼ਾਹ ਸਾਹਿਬ ਦੇ ਅਲਾਟਮੈਂਟ ਨੂੰ ਜੋ ਹਰਿਆਣਾ ਨੂੰ ਜ਼ਮੀਨ ਦੇ ਰਹੇ ਹੈ, ਇਹ ਆਪਦੇ ਨੂੰ ਜ਼ਮੀਨ ਮੰਗਣ ਲੱਗ ਗਏ ਕਿ ਸਾਡੇ ਕੋਲ ਵਿਧਾਨ ਸਭਾ ਹੈਗੀ ਹੈ, ਸਾਡੇ ਕੋਲ ਹਾਈ ਕੋਰਟ ਹੈਗੀ, ਹਰਿਆਣਾ ਦਾ ਪੰਚਕੂਲਾ ਬਣਾ ਸਕਦਾ ਜੇ ਉਹਨਾਂ ਨੂੰ ਲੋੜ ਹੈ, ਜਾਂ ਕਿਸੇ ਹੋਰ ਡਿਸਟ੍ਰਿਕਟ ਦੇ ਵਿੱਚ ਬਣਾ ਸਕਦਾ ਹੈ। ਤੁਸੀਂ ਇਹਨੂੰ ਕਿਉਂ ਨਹੀਂ ਰੋਕਿਆ? ਕੁਝ ਨਹੀਂ ਕੀਤਾ। ਪਹਿਲਾ ਫੇਲਿਅਰ। ਦੂਜਾ, ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਜਿਹੜੇ ਦੋਹਰੇ ਮਾਪਦੰਡ ਹੈ ਨਾ ਗੌਰਵ ਜੀ, ਅਸੀਂ ਇਹਨਾਂ ਨੂੰ ਵਾਰ-ਵਾਰ ਕਿਹਾ ਕਿ ਤੁਸੀਂ ਆਲ ਪਾਰਟੀ ਮੀਟਿੰਗ ਬੁਲਾਓ। ਜੇ ਤੁਹਾਡੇ ਕੋਲੇ ਨਹੀਂ ਤਜਰਬਾ, ਨਹੀਂ ਕੰਪੀਟੈਂਸ ਹੈਗੀ, ਨਹੀਂ ਤੁਹਾਡੇ ਕੋਲੇ ਕੋਈ ਪਲਾਨ ਆਫ ਐਕਸ਼ਨ ਹੈਗਾ ਇਹਨੂੰ ਰੋਕਣ ਲਈ, ਤੁਸੀਂ ਪਾਰਟੀ ਮੀਟਿੰਗ ਲਾਓ, ਆਲ ਪਾਰਟੀ ਮੀਟਿੰਗ, ਸਾਰੇ ਮਿਲ ਕੇ ਇਸ ਚੀਜ਼ ਦਾ ਟਾਕਰਾ ਕਰਾਂਗੇ। ਮੈਂ ਤੁਹਾਡੀ ਗੱਲ ਤੋਂ ਜਿੰਨਾ ਸਮਝ ਪਾ ਰਿਹਾ, ਤੁਹਾਨੂੰ ਇਹ ਲੱਗ ਰਿਹਾ ਕਿ ਮੁੱਦੇ ਚੁੱਕਣ 'ਚ ਲੇਟ ਹੋ ਗਿਆ ਪੰਜਾਬ ਜਾਂ ਮੁੱਖ ਮੰਤਰੀ ਲੇਟ ਹੋ? ਬਹੁਤ ਜ਼ਿਆਦਾ ਦੇਰੀ, ਬਹੁਤ ਵੱਡਾ ਡਿਲੇ ਹੈ। 1 ਸਾਲ ਨਹੀਂ, ਸਪੈਸੀਫਿਕਲੀ ਕਿਹੜੇ ਇਸ਼ੂ ਦੇ ਉੱਤੇ? ਵਿਧਾਨ ਸਭਾ ਦੀ ਜ਼ਮੀਨ ਵਾਲੇ ਮੁੱਦੇ ਤੇ? ਕਿਉਂਕਿ ਐਸਵਾਈਐਲ ਦਾ, ਚੰਡੀਗੜ੍ਹ ਦਾ, ਪੀਯੂ ਦਾ, ਇਹ ਬੜੇ ਪੁਰਾਣੇ ਮਸਲੇ ਨੇ, ਕਈ ਦਹਾਕਿਆਂ ਤੋਂ ਚੱਲੇ ਆ ਰਹੇ ਨੇ। ਵੱਖਰੀ, ਮੈਂ ਦੱਸਦਾ, ਵੱਖਰੀ ਵਿਧਾਨ ਸਭਾ ਦਾ ਇਸ਼ੂ ਹੈ ਜਿਹੜਾ, ਮੈਂ ਉਹਦੀ ਗੱਲ ਕਰ ਰਿਹਾ ਸਪੈਸੀਫਿਕਲੀ, ਜੀ, ਜਿਹੜੀ ਹਰਿਆਣਾ ਨੂੰ ਅਲਾਟ ਕੀਤੀ ਹੈ। ਹੁਣ ਦੂਜੀ ਗੱਲ ਗੌਰਵ ਜੀ, ਇਹਨਾਂ ਨੇ ਦੱਸਿਆ ਕਹਿੰਦੇ ਪੈਰਾ ਮਿਲਟਰੀ ਫੋਰਸਿਸ ਜਦੋਂ ਆਉਂਦੀਆਂ ਜੀ ਪੰਜਾਬ ਦੇ ਵਿੱਚ ਤੇ ਸਾਨੂੰ ਉਹਦੇ ਖਰਚਾ ਕਰਨਾ ਪੈਂਦਾ ਹੈ। ਸੀਐਮ ਸਾਹਿਬ ਧੰਨਵਾਦ, ਬੜਾ ਅੱਛਾ ਪੁਆਇੰਟ ਤੁਸੀਂ ਚੱਕਿਆ। ਲੇਕਿਨ ਇਹ ਤਾਂ ਦੱਸੋ ਵੀ ਤੁਹਾਡੇ ਕੋਲੇ ਤੇ ਤੁਹਾਡੇ ਪਰਿਵਾਰ ਕੋਲੇ ਕੀ 1100 ਗਨਮੈਨ ਹੈ ਕਿ ਨਹੀਂ ਹੈ? ਤੇ ਕੀ ਆਮ ਆਦਮੀ ਪਾਰਟੀ, ਆਮ ਆਦਮੀ ਕਿਸੇ ਕੋਲੇ 1100 ਗਨਮੈਨ ਹੁੰਦਾ ਹੈ? ਤੇ ਇੱਥੇ ਕਿਉਂ ਨਹੀਂ ਆਪਾਂ ਖਰਚਾ ਦੇਖ ਰਹੇ? ਇੱਥੇ ਕਿਉਂ ਨਹੀਂ ਦੇਖ ਰਹੇ ਵੀ ਆਹ ਸਾਰੇ ਜਿਹੜੇ ਪੁਲਿਸ ਵਾਲੇ ਹੈਗੇ ਆ, ਕਾਂਸਟੇਬਲ ਹੈਡ ਕਾਂਸਟੇਬਲ ਦਾ, ਏਐਸਆਈ ਹੈ, ਇਹ ਪੰਜਾਬ ਨੂੰ ਪ੍ਰੋਟੈਕਟ ਕਰਨ ਦੇ ਆਪਦਾ ਕੰਮ ਕਰ ਸਕਦੇ ਆ। ਮੁਕਤਸਰ ਜ਼ਿਲ੍ਹੇ ਦੇ
ਕੱਲੇ ਮੁਕਤਸਰ ਜ਼ਿਲ੍ਹੇ ਦੇ ਗੌਰਵ ਜੀ 1100 ਮੁਲਾਜ਼ਮ ਹੈ ਪੁਲਿਸ ਵਾਲੇ ਤੇ ਇੱਕ ਸੀਐਮ ਸਾਹਿਬ ਕੋਲੇ ਤੇ ਪਰਿਵਾਰ ਕੋਲੇ 1100 ਹੈ। ਫਿਰ 123 ਗੱਡੀਆਂ ਦਾ ਕਾਫਲਾ ਹੈ ਕਿ ਨਹੀਂ ਇਹਨਾਂ ਦਾ, ਇਹ ਦੱਸਣ। ਉੱਥੇ ਨਹੀਂ ਸਾਡਾ ਖਰਚਾ ਹੋ ਰਿਹਾ, ਜਿਹੜਾ ਐਡ ਤੇ ਮਾਰਕੀਟਿੰਗ ਤੇ ਬ੍ਰਾਂਡਿੰਗ ਤੇ ਪੀਆਰ ਤੇ ਟਰੈਵਲ ਜਹਾਜ਼ ਤੇ ਚੌਪਰ ਤੇ ਖਰਚਾ ਹੋ ਰਿਹਾ, ਉੱਥੇ ਨਹੀਂ ਤੁਹਾਨੂੰ ਘਟਾਉਣਾ ਚਾਹੀਦਾ। ਠੀਕ ਹੈ, ਚਲੋ ਜਵਾਬ ਲਵਾਂ ਸਰ, ਪਿੱਛੇ ਸਮਾਂ ਬਹੁਤ ਘੱਟ ਹੈ। ਮੈਂ ਨਾਰੰਗ ਜੀ ਦਾ ਪਹਿਲਾਂ ਰੁਕ ਕਰਦਾ, ਗਰੇਵਾਲ ਸਾਹਿਬ ਇਕੱਠੇ ਦੇ ਦਿਓ ਜਵਾਬ। ਨਾਰੰਗ ਜੀ, ਤੁਹਾਡਾ ਰਿਐਕਸ਼ਨ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਇਸ਼ੂਜ਼ ਨੂੰ ਲੈ ਕੇ ਤੁਹਾਡੇ ਉੱਤੇ ਉਂਗਲ ਚੁੱਕੀ ਜਾ ਰਹੀ ਹੈ, ਇਨਫੈਕਟ ਮੈਂ ਸਿੱਧੇ ਤੌਰ ਤੇ ਕਹਾਂ ਕਿ ਸੈਂਟਰ ਦੀ ਸਰਕਾਰ ਦੇ ਉੱਤੇ। ਦੇਖੋ ਗੌਰਵ ਜੀ, ਜਿੰਨਾ ਕਿ ਮੈਂ ਗਰੇਵਾਲ ਸਾਹਿਬ ਨੂੰ ਸੁਣਿਆ, ਉਹ ਕਿਸੇ ਵੀ ਗੱਲ ਦਾ ਜਵਾਬ ਦੇ ਹੀ ਨਹੀਂ ਸਕੇ। ਜਿਹੜੇ ਮੈਂ ਤੁਹਾਡੇ ਚੈਨਲ ਤੇ ਪੰਜਾਬ ਦੇ ਲੋਕਾਂ ਸਾਹਮਣੇ ਮੁੱਦੇ ਚੱਕੇ ਆ, ਜੋ ਅੱਜ ਲਾਅ ਐਂਡ ਆਰਡਰ ਦੀ ਹਾਲਾਤ ਆ, ਜੋ ਅਨੈਤਿਕ ਕੰਮ ਹੋ ਰਹੇ ਆ ਸਟੇਟ ਦੇ ਵਿੱਚ, ਮੈਨੂੰ ਲੱਗਦਾ ਉਹਦੇ ਤੇ ਸੌਰੀ ਉਹ ਭਗਵੰਤ ਮਾਨ ਸਾਹਿਬ ਨੇ ਤਾਂ ਕੀ ਕਹਿਣੀ, ਉਹਨਾਂ ਦੇ ਪ੍ਰਵਕਤਾ ਵੀ ਉਸ ਗੱਲ ਤੇ ਖੇਦ ਵਿਅਕਤ ਕਰਨ ਨੂੰ ਤਿਆਰ ਨਹੀਂ ਆ। ਤੇ ਇਹਨਾਂ ਕੋਲੋਂ ਆਪਾਂ ਨੂੰ ਕੁਝ ਵੀ ਉਮੀਦ ਨਹੀਂ ਕਰਨੀ ਚਾਹੀਦੀ। ਤੁਹਾਨੂੰ ਖੜਿਆਲ ਸਾਹਿਬ ਨੇ ਬੜਾ ਡਿਟੇਲ 'ਚ ਦੱਸ ਦਿੱਤਾ ਕਿ ਪੰਜਾਬ ਨੂੰ ਤਾਂ ਪਹਿਲਾਂ ਹੀ ਸੌਦੇਬਾਜ਼ੀ ਕਰ ਚੁੱਕੇ ਨੇ। ਜਦ ਇਹਨਾਂ ਨੇ ਵਿਧਾਨ ਸਭਾ ਬਣਾਉਣ ਲਈ ਹਰਿਆਣਾ ਦੀ ਜ਼ਮੀਨ ਤੇ ਇਤਰਾਜ਼ ਨਹੀਂ ਕੀਤਾ, ਆਪਣੀ ਹਾਈ ਕੋਰਟ ਵੱਖਰੀ ਕਰਦੇ ਨੇ, ਇਹਦਾ ਮਤਲਬ ਉਹ ਵੀ ਉਹ ਛੱਡਣਾ ਚਾਹੁੰਦੇ ਨੇ। ਤਾਂ ਆਪਾਂ ਨੂੰ ਸਮਝਣਾ ਚਾਹੀਦਾ ਕਿ ਇਹ ਗਲਤ ਲੋਕ ਪੰਜਾਬ ਦੇ ਵਿੱਚ ਆ ਗਏ ਨੇ। ਜਿਹੜਾ ਕੰਮ ਅੱਜ ਤੱਕ ਨਹੀਂ ਹੋਇਆ ਸੀ, ਉਹ ਇਹਨਾਂ ਦੇ ਰਾਜ ਦੇ ਵਿੱਚ ਹੋ ਗਿਆ ਕਿ ਹਰਿਆਣਾ ਨੂੰ ਵਿਧਾਨ ਸਭਾ ਦੀ ਜ਼ਮੀਨ ਚੰਡੀਗੜ੍ਹ ਦੇ ਵਿੱਚ ਅਲਾਟ ਹੋ ਗਈ। ਤੇ ਆਪਾਂ ਇਹਨਾਂ ਤੋਂ ਹੋਰ ਕੀ ਉਮੀਦ ਕਰ ਸਕਦੇ ਹਾਂ ਕਿ ਕਿਆ ਇਹ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦੇ ਕਾਬਲ ਹੈਗੇ ਨੇ? ਅਗਰ ਅੱਜ ਚੋਣ ਹੋ ਜਾਂਦਾ ਜੀ, ਇਹਨਾਂ ਦੇ 2 ਵਿਧਾਇਕ ਚੁਣ ਕੇ ਵੀ ਨਹੀਂ ਆਣਗੇ। ਔਰ ਸੱਤਾ ਦਾ ਇੰਨਾ ਘਮੰਡ। ਕੱਲ ਮੇਰੇ ਨਾਲ ਇਹਨਾਂ ਦੇ ਇੱਕ ਲੁਧਿਆਣਾ ਤੋਂ ਹੀ ਐਮਐਲਏ ਨੇ, ਉਹ ਡਿਬੇਟ ਦੇ ਵਿੱਚ ਸੀਗੇ, ਤੇ ਜਦੋਂ ਅਸੀਂ ਉਹਨਾਂ ਨੂੰ ਸਵਾਲ ਪੁੱਛਦੇ ਸੀਗੇ, ਉਹ ਕਹਿੰਦੇ ਤੁਸੀਂ ਸਾਨੂੰ ਸਵਾਲ ਪੁੱਛਣ ਵਾਲੇ ਹੁੰਦੇ ਕੌਣ ਹੋ? ਅਸੀਂ ਜਨਤਾ ਦੇ ਚੁਣੇ ਇੱਕ ਵਿਧਾਇਕ ਆ, ਉਹਨਾਂ ਲਈ ਜਵਾਬ ਦੇ, ਤੁਹਾਡੇ ਪ੍ਰਵਕਤਾਵਾਂ ਲਈ ਅਸੀਂ ਜਵਾਬ ਦੇ ਨਹੀਂ ਆ। ਉਹ ਸ਼ਾਇਦ ਇਹ ਭੁੱਲ ਗਏ ਨੇ ਕਿ ਜਿਹੜੇ ਅਸੀਂ ਪਾਰਟੀ ਦੇ ਪ੍ਰਵਕਤਾ ਵਾਂ, ਉਹ ਵੀ ਇੱਕ ਜਨਤਾ ਦੀ ਨੁਮਾਇੰਦਗੀ ਕਰਦੇ ਆ, ਵੱਖਰੇ ਵੱਖਰੇ ਸੈਕਸ਼ਨ ਦੇ ਵਿੱਚ ਬੈਠਦੇ ਆ, ਅਸੀਂ ਵੀ ਲੋਕਾਂ ਦਾ ਵਿਚਾਰ ਵਟਾਂਦਰਾ ਕਰਦੇ। ਤੇ ਜਦੋਂ ਰਾਜਾ ਅਹੰਕਾਰੀ ਹੋ ਜਾਏ ਨਾ, ਉਹ ਪਤਨ ਉਹਦਾ ਹੋਣਾ ਨਿਸ਼ਚਿਤ ਹੈ। ਆਪਾਂ ਜਵਾਬ ਲਈਏ ਗਰੇਵਾਲ ਜੀ। ਪਹਿਲੀ ਗੱਲ ਸੱਚੀ, ਜੇ ਰਾਜਾ ਅਹੰਕਾਰੀ ਹੋ ਜਾਵੇ ਉਹਦਾ ਪਤਨ ਨਿਸ਼ਚਿਤ ਹੈ। ਰਾਜਾ ਕੌਣ ਸਭ ਨੂੰ ਪਤਾ, ਪੰਜਾਬ ਕਿੱਥੇ ਖੜਾ ਸਭ ਨੂੰ ਪਤਾ। ਕਾਂਗਰਸ ਨੂੰ ਮੈਂ ਪੁੱਛਣਾ ਕਿ ਇਹ ਕੌਲੀ ਬਣਾਈ ਕਿਨੇ? ਤੁਸੀਂ ਬਣਾਈ ਹੈ ਨਾ। ਤੁਸੀਂ ਕਈਆਂ ਸੋਨੇ ਦੀਆਂ ਲਈਆਂ, ਤੁਸੀਂ ਫਲਾਣਾ ਕੀਤਾ, ਵੇਚਿਆ, ਰਹਿੰਦੀ ਖੁੱਲੀ ਕਸਰ ਤੁਹਾਡੇ ਵੀਰਾਂ ਨੇ ਪੂਰੀ ਕਰਤੀ। ਸੋ ਗੱਲ ਇਹ ਹੈ ਸਰ, ਅਸੀਂ ਸਿਮਿਲਰਲੀ ਕਹਿ ਰਹੇ ਹਾਂ ਕਿ ਜੇ ਅਸੀਂ ਪੰਜਾਬ 'ਚ ਅਸੀਂ ਕਾਂਗਰਸ 'ਚ ਨਹੀਂ ਜਾਣਾ, ਕਿਉਂਕਿ ਸਾਨੂੰ ਫਰਕ ਹੀ ਨਹੀਂ ਪਤਾ। ਜਦੋਂ ਸਾਰੇ ਪ੍ਰਵਕਤਾ ਹੀ ਕਹਿ ਰਹੇ ਕਿ ਖੜਿਆਲ ਸਾਹਿਬ ਨੇ ਕਹਿਤਾ, ਤੇ ਫਿਰ ਠੀਕ ਹੈ, ਫਿਰ ਖੜਿਆਲ ਸਾਹਿਬ ਨੇ ਕਹਿਤਾ ਫਿਰ ਤੁਸੀਂ ਸਾਰੇ ਇਕੱਠੇ ਹੀ ਹੋ, ਤੇ ਫਿਰ ਇਕੱਠੇ ਰਹੋ। ਤੁਹਾਡੇ ਨਾਲ ਸਮਝੌਤਾ ਹੈ ਗਰੇਵਾਲ ਰੁਕੋ ਨਾਰੰਗ ਸਾਹਿਬ, ਰੁਕੋ। ਪਰ ਤੁਹਾਡੇ ਨਾਲ ਬੇਨਤੀ ਅਸੀਂ ਪੰਜਾਬ 'ਚੋਂ ਫਾਸਿਸਟ ਭਜਾਤੇ, ਧਰਮ ਦੀ ਰਾਜਨੀਤੀ ਭਜਾਤੀ। ਚਲੋ ਠੀਕ ਹੈ, ਪੁਆਇੰਟ ਤੇ ਆਈਏ ਸਰ। ਦੇਖੋ ਮੈਂ ਖੜਿਆਲ ਸਾਹਿਬ ਦਾ ਸਵਾਲ ਦਾ ਜਵਾਬ ਜ਼ਰੂਰ ਤੁਸੀਂ ਜੇਕਰ ਦੇ ਸਕੋ। ਕਹਿੰਦੇ ਬਹੁਤ ਲੇਟ ਕਰ ਦਿੱਤਾ ਇਹ ਮੁੱਦਿਆਂ ਨੂੰ ਚੁੱਕਣ ਦੇ ਵਿੱਚ, ਕਿ ਜੇ ਵਿਧਾਨ ਸਭਾ ਦੇ ਲਈ ਵੱਖਰੀ ਜ਼ਮੀਨ ਦੀ ਮੰਗ 2022 ਦੇ ਵਿੱਚ ਕੀਤੀ ਗਈ ਸੀ ਤਾਂ ਕਰੀਬ 12-14 ਮਹੀਨੇ ਨਿਕਲ ਗਏ ਉਸ ਗੱਲ ਨੂੰ। ਉਹ ਸਰ ਜੀ ਲੇਟ ਤਾਂ ਬਹੁਤ ਹੋ ਗਏ, ਲੇਟ ਤਾਂ 1966 ਤੋਂ ਹੋ ਰਹੇ ਆ। ਬੇਵਕੂਫ ਬਣ ਰਹੇ ਆ। ਚੰਡੀਗੜ੍ਹ ਪੰਜਾਬ ਦਾ ਸਾਡੇ ਬਜ਼ੁਰਗਾਂ ਵੇਲੇ ਬੋਲੀਆਂ ਹੁੰਦੀਆਂ ਸੀ, ਛਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ। ਇਹ ਤਾਂ ਮਤਲਬ ਲੇਟ ਤਾਂ ਖੜਿਆਲ ਤਾਂ ਬਹੁਤ ਹੋ ਗਿਆ। ਕਾਂਗਰਸ ਤੇ ਬੀਜੇਪੀ ਅਕਾਲੀਆਂ ਦਾ ਸਦਕਾ ਲੇਟ ਹੋਏ ਆ। ਹੁਣ ਨਵੇੜਾ ਪਾਵਾਂਗੇ ਜੀ, ਐਂਡ ਕਹਿ ਕੇ ਪਾਵਾਂਗੇ ਕਿ ਜਿੰਨੀਆਂ ਤੁਸੀਂ ਅੱਗਾਂ ਲਾਈਆਂ ਕੱਲੀ ਬੁਝਾਵਾਂਗੇ। ਐਂਡ ਪੰਜਾਬ ਦੇ ਪੁੱਤ ਬੁਝਾਉਣਗੇ। ਐਂਡ ਸਾਡੇ ਲਈ ਪੰਜਾਬ ਠੀਕ ਹੈ, ਚਲੋ ਮੇਰੇ ਕੋਲ ਸਮਾਂ ਖਤਮ ਹੋ ਰਿਹਾ ਸਰ। ਬਹੁਤ ਛੋਟਾ ਰਿਐਕਸ਼ਨ ਜ਼ਰੂਰੀ ਹੈ। ਖੜਿਆਲ ਸਾਹਿਬ 20 ਸੈਕਿੰਡ ਦਵਾਂਗਾ ਸਰ ਪਲੀਜ਼। ਮੈਂ ਭੁੱਲਰ ਜੀ ਆ ਰਹੇ ਤੁਹਾਡੇ ਕੋਲ ਵੀ ਆ ਰਹੇ। ਖੜਿਆਲ ਸਾਹਿਬ, ਮੇਰਾ ਇਹ ਕਹਿਣਾ ਹੈ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੈਂ 2 ਸਪੈਸੀਫਿਕ ਸਵਾਲ ਪੁੱਛੇ ਸੀ, ਮੈਂ ਰਿਪੀਟ ਕਰ ਦਿੰਦਾ। ਪਹਿਲਾ ਸਵਾਲ, ਜਿਹੜੇ ਕਿਸਾਨ ਡਿਟੇਨ ਹੋਏ ਅੰਮ੍ਰਿਤਸਰ ਦੇ ਵਿੱਚ ਕਿਉਂਕਿ ਉਹ ਪੀਸਫੁਲ ਪ੍ਰੋਟੈਸਟ ਕਰ ਰਹੇ ਸੀਗੇ, ਕੀ ਤੁਸੀਂ ਪੁਲਿਸ ਵਾਲੇ ਦੀ ਅਕਾਊਂਟੇਬਿਲਿਟੀ ਫਿਕਸ ਕਰੋਗੇ ਆ ਧੱਕਾ ਕਰਨ ਲਈ ਉਹਨਾਂ ਦੇ ਨਾਲ? ਹਾਂ ਜਾਂ ਨਾ? ਕਿਉਂਕਿ ਵਕੀਲਾਂ ਦੇ ਨਾਲ ਧੱਕਾ ਹੋਇਆ, ਹੁਣ ਕਿਸਾਨਾਂ ਦੇ ਨਾਲ। ਇੱਕ ਮਿੰਟ ਵਿੱਚ ਨਾ ਬੋਲੋ, ਮੈਨੂੰ ਮਜਬੂਰਨ ਬੋਲਣਾ ਪਊਗਾ। ਦੂਜਾ ਸਵਾਲ, ਸੀਐਮ ਸਾਹਿਬ ਨੇ ਟਵੀਟ ਕੀਤਾ ਹੈ, ਇੱਕ ਸੈਕਿੰਡ ਜੀ, ਸੀਐਮ ਸਾਹਿਬ ਨੇ ਟਵੀਟ ਕੀਤਾ ਹੈ ਕਿ ਚੰਡੀਗੜ੍ਹ ਤੇ ਸਾਨੂੰ ਵੀ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਦਿੱਤੀ ਜਾਵੇ। ਤੇ ਅਮਿਤ ਸ਼ਾਹ ਸਾਹਿਬ ਨੇ ਅਨਾਉਂਸਮੈਂਟ ਕੀਤੀ ਸੀ ਨਾਰਥਰਨ ਕਾਉਂਸਲ ਮੀਟਿੰਗ ਜੈਪੁਰ ਦੇ ਵਿੱਚ। ਤੇ ਖਬਰ ਜਿਹੜੀ ਮੈਂ ਦੱਸ ਰਿਹਾ ਤੁਹਾਨੂੰ ਇਹ ਹੈਗੀ 10 ਜੁਲਾਈ 2022 ਦੀ।
ਅੱਜ ਹੈ 26 ਸਤੰਬਰ, ਠੀਕ ਹੈ। ਇੱਕ ਸਾਲ 2 ਮਹੀਨਾ ਲੰਘ ਗਿਆ, ਇਹ ਦਰਮਿਆਨ ਮੈਂ ਜਵਾਬ ਲੈ ਲੈਣਾ ਸਰ, ਸਮਾਂ ਖਤਮ ਹੋ ਰਿਹਾ ਮੈਨੂੰ ਜੀ। ਭਾਈ ਜੀ, ਠੀਕ ਹੈ, ਤੁਹਾਡਾ ਪੁਆਇੰਟ ਆ ਭਾਈ ਗਿਆ। ਜੀ। ਗਰੇਵਾਲ ਸਾਹਿਬ ਵੇਟ ਕਰਿਓ ਪਲੀਜ਼, ਮੇਰੀ ਰਿਕੁਐਸਟ ਹੈ। ਜੀ। ਮੈਂ ਸਾਰਿਆਂ ਨੂੰ ਇੱਕ ਵਾਰੀ ਜਿਹੜਾ ਇੱਕ ਉਹਨਾਂ ਦਾ ਰਿਐਕਸ਼ਨ ਜ਼ਰੂਰੀ ਹੈ। ਭੁੱਲਰ ਸਾਹਿਬ। ਗੌਰਵ ਜੀ, ਅੱਜ ਜਿਹੜਾ ਸਭ ਤੋਂ ਅਹਿਮ ਮੁੱਦਾ ਸੀਗਾ ਉਹ ਸੀਗਾ ਜਿਹੜਾ ਵੀਜ਼ਾ ਬੰਦ ਕਰ ਦਿੱਤਾ ਗਿਆ, ਜਿਹੜੇ ਪੰਜਾਬ ਤੋਂ ਲੋਕ ਅੱਜ ਕੈਨੇਡਾ 'ਚ ਬੈਠੇ ਨੇ। ਔਰ ਇੰਨੇ ਜ਼ਿਆਦਾ ਸਟੂਡੈਂਟ ਉੱਥੇ ਗਏ ਹੋਏ ਨੇ ਜਿਨ੍ਹਾਂ ਦਾ ਭਵਿੱਖ ਜਿਹੜਾ ਹੈ ਉਹ ਅੱਜ ਧੁੰਦਲਾ ਨਜ਼ਰ ਆਉਣ ਲੱਗ ਗਿਆ ਕਿ ਉਹ ਅਗਰ ਕੱਲ ਨੂੰ ਇੰਡੀਆ ਆਉਂਦੇ ਨੇ ਵਾਪਸ ਜਾ ਸਕਣਗੇ ਕਿ ਨਹੀਂ ਜਾ ਸਕਣਗੇ, ਜਾਂ ਉਹ ਇੰਡੀਆ ਵਾਪਸ ਆ ਸਕਣਗੇ ਕਿ ਨਹੀਂ ਆ ਸਕਣਗੇ, ਆਪਣੇ ਮਾਪਿਆਂ ਨੂੰ ਮਿਲਣ ਵਾਸਤੇ, ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ, ਜਾਂ ਆਪਣੇ ਜ਼ਮੀਨ ਜਾਇਦਾਦ ਨੂੰ ਦੇਖਣ ਵਾਸਤੇ। ਉਹ ਕਿਤੇ ਮੁੱਦਾ ਹੀ ਨਹੀਂ ਸੀਗਾ। ਅੱਜ ਹੋਮ ਮਿਨਿਸਟਰ ਸਾਹਿਬ ਆਏ ਸੀਗੇ, ਪੂਰੇ ਜ਼ੋਰ ਸ਼ੋਰ ਨਾਲ ਮੁੱਦਾ ਰੱਖਣਾ ਚਾਹੀਦਾ ਸੀਗਾ। ਪੰਜਾਬ ਦੇ ਹਿੱਤ ਦਾ ਮੁੱਦਾ ਸੀਗਾ, ਪੰਜਾਬੀ ਲੋਕਾਂ ਦਾ ਮੁੱਦਾ ਸੀਗਾ, ਪੰਜਾਬ ਤੋਂ ਜਿਹੜੇ ਲੱਖਾਂ ਸਟੂਡੈਂਟ ਉੱਥੇ ਗਏ ਉਹਨਾਂ ਦਾ ਮੁੱਦਾ ਸੀਗਾ। ਠੀਕ ਹੈ। ਲੇਕਿਨ ਇਹ ਨਹੀਂ ਰੱਖਿਆ ਜਾਊਗਾ ਕਿਉਂਕਿ ਇਹਦੀ ਲੋੜ ਨਹੀਂ ਹੈ। ਇਹਨਾਂ ਨੂੰ ਤੇ ਲੋੜ ਹੈ ਸਿਰਫ ਔਰ ਸਿਰਫ ਮਗਰਮੱਛੀ ਅਥਰੂ ਭਗਾਉਣ ਦੀ, ਔਰ ਸਿਰਫ ਕੇਜਰੀਵਾਲ ਦੀ ਚਾਕਰੀ ਕਰਨ ਦੀ। ਉਸ ਤੋਂ ਸਿਵਾਏ ਇਹਨਾਂ ਦੇ ਕੋਲ ਕੋਈ ਹੋਰ ਮੁੱਦਾ ਹੀ ਨਹੀਂ ਹੈ। ਠੀਕ ਹੈ। ਜਿੱਦਣ ਕੇਜਰੀਵਾਲ ਸਾਹਿਬ ਕਹਿ ਦੇਣਗੇ ਵੀ ਹਾਂਜੀ ਆ ਕਰ ਲਓ, ਉਦੋਂ ਕਰ ਲੈਣਗੇ, ਨਹੀਂ ਤਾਂ ਜਿੰਨਾ ਕਿ ਰਿਮੋਟ ਉਹ ਚਲਾਉਂਦੇ ਆ। ਨਹੀਂ ਠੀਕ ਹੈ ਸਰ, ਦੇਖੋ ਗੱਲ ਇਹ ਹੈ ਕਿ ਕੈਨੇਡਾ ਵਾਲਾ ਇਸ਼ੂ ਤਾਂ ਸਭ ਨੂੰ ਮਿਲ ਕੇ ਚੁੱਕਣਾ ਤਾਂ ਜ਼ਰੂਰ ਹੋਏਗਾ ਨਾ, ਕਿ ਜਿਹੜੇ ਖਾਸ ਤੌਰ ਤੇ ਪੰਜਾਬੀ ਉੱਥੇ ਬੈਠੇ ਨੇ, ਜਿਹੜੇ ਉੱਥੇ ਦੇ ਸਿਟੀਜ਼ਨ ਹੋ ਚੁੱਕੇ ਨੇ। ਪੰਜਾਬ ਸਰਕਾਰ ਕਿਉਂ ਸੁੱਤੀ ਪਈ ਹੈ? ਠੀਕ ਹੈ, ਆਪਾਂ ਮੈਂ ਜਵਾਬ ਲੈਣਾ ਇੱਕ ਵਾਰੀ ਨਾਰੰਗ ਸਾਹਿਬ ਦਾ ਰੁਕ ਕਰਨਾ। ਨਾਰੰਗ ਸਾਹਿਬ 20 ਸੈਕਿੰਡ ਦੇ ਪਾਉਂਗਾ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਨਾਰੰਗ ਜੀ। ਦੇਖੋ ਗੌਰਵ ਜੀ, ਮੈਂ ਫਿਰ ਤੁਹਾਨੂੰ ਇਹੀ ਗੱਲ ਕਹਿਣਾ ਕਿ ਜੋ ਵੀ ਇਹਨਾਂ ਨੇ ਕੀਤਾ ਅੱਜ ਉੱਥੇ ਅੰਮ੍ਰਿਤਸਰ ਦੇ ਵਿੱਚ, ਉਹ ਦਿਖਾਵੇ ਤੋਂ ਜ਼ਿਆਦਾ ਕੁਝ ਨਹੀਂ ਆ। ਨਹੀਂ ਪਰ ਸਰ ਕੀਤਾ ਤਾਂ ਹੈ ਨਾ, ਗ੍ਰਹਿ ਮੰਤਰੀ ਦੇ ਸਾਹਮਣੇ ਰੱਖਿਆ। ਤੁਹਾਨੂੰ ਨਹੀਂ ਲੱਗਦਾ ਕਿ ਜੇ ਸਟੇਟ ਗਵਰਨਮੈਂਟ ਨੇ ਰੱਖੀ ਹੈ ਮੁੱਦਾ ਜਾਂ ਗੱਲ ਰੱਖੀ ਹੈ ਤਾਂ ਉਸ ਦੇ ਉੱਤੇ ਗੌਰ ਹੋਣਾ ਚਾਹੀਦਾ ਕਿ ਗੌਰ ਕਰੇ ਸੈਂਟਰ ਦੀ ਸਰਕਾਰ, ਸੁਲਝਾਵੇ ਮਸਲੇ। ਜਵਾਬ ਵੀ ਤੁਸੀਂ ਸੁਣਾਤਾ ਕਿ ਉਹਨਾਂ ਨੇ ਕਿਹਾ ਕਿ ਆਪਸ ਵਿੱਚ ਬੈਠ ਕੇ ਮਸਲਾ ਹੱਲ ਕਰੋ। ਇਹ ਸਰਕਾਰ ਮੁੱਦਿਆਂ ਨੂੰ ਲੈ ਕੇ ਸੰਜੀਦਾ ਨਹੀਂ ਆ, ਸਿਰਫ ਔਰ ਸਿਰਫ ਮੀਡੀਆ ਦੀ ਪਬਲਿਸਿਟੀ ਚਾਹੁੰਦੀ ਆ, ਔਰ ਕਿਸੇ ਨਾ ਕਿਸੇ ਤਰੀਕੇ ਨਾਲ। ਨਹੀਂ ਚਲੋ, ਮੈਂ ਇੱਕ ਹੋਰ ਛੋਟੀ ਸਟੇਟਮੈਂਟ ਤੁਹਾਡੇ ਤੋਂ ਚਾਹਾਂਗਾ। ਤੁਹਾਨੂੰ ਲੱਗਦਾ ਹੈ ਕਿ ਪਾਣੀਆਂ ਦੇ ਮਸਲੇ ਦੇ ਉੱਤੇ ਕੋਈ ਗੱਲਬਾਤ ਹਰਿਆਣਾ ਦੇ ਨਾਲ ਹੋਣੀ ਚਾਹੀਦੀ ਹੈ? ਗੱਲਬਾਤ ਦਾ ਸਿੱਧਾ ਮਤਲਬ ਹੁੰਦਾ ਹੈ ਕਿ ਕੁਝ ਕਦਮ ਸਾਨੂੰ ਵੀ ਪਿੱਛੇ ਹਟਣਾ ਹੋਏਗਾ, ਕੁਝ ਉਹਨਾਂ ਨੂੰ ਪਿੱਛੇ ਹਟਣਾ ਹੋਏਗਾ। ਸੌਰੀ ਗੌਰਵ ਸ਼ਰਮਾ ਜੀ, ਬਿਲਕੁਲ ਨਹੀਂ ਹੋਣੀ ਚਾਹੀਦੀ। ਨਹੀਂ ਹੋਣੀ ਚਾਹੀਦੀ ਗੱਲ। ਖੁਦ ਵੀ ਪਾਣੀ ਨਹੀਂ ਦਿੱਤਾ ਜਾਣਾ ਚਾਹੀਦਾ। ਔਰ ਸਾਨੂੰ ਭਗਵੰਤ ਮਾਨ ਤੋਂ ਖਤਰਾ ਵਾ ਕਿ ਇਹਨੇ ਦਿੱਲੀ ਦੇ ਦਬਾਅ ਚ ਆ ਕੇ ਕੋਈ ਨਾ ਕੋਈ ਗੁਪਤ ਰਾਜੀਨਾਮਾ ਕਰ ਦੇਣਾ। ਠੀਕ ਹੈ ਗਰੇਵਾਲ ਸਾਹਿਬ, ਤੁਹਾਡੀ ਫਾਈਨਲ ਸਟੇਟਮੈਂਟ। ਮੇਰੇ ਕੋਲ ਸਮਾਂ ਬਹੁਤ ਘੱਟ ਹੈ। ਫਾਈਨਲ ਸਟੇਟਮੈਂਟ। ਪਹਿਲੀ ਗੱਲ, ਬੀਜੇਪੀ ਦੀ ਸਟੇਟਮੈਂਟ ਹਰਿਆਣੇ ਵਿੱਚ ਲਾ ਦਿਓ ਤੁਸੀਂ। ਮਿਊਜ਼ਿਕ ਆਵਾਜ਼ ਨਹੀਂ ਆ ਰਹੀ ਸਰ ਤੁਹਾਡੀ। ਲੱਗ ਰਿਹਾ ਕਿ ਫੋਨ ਕਟਿਆ ਹੈ। ਜਵਾਬ ਨਹੀਂ ਹੈ ਨਾ ਗੌਰਵ ਜੀ ਇਹਨਾਂ ਕੋਲੇ। ਚਲੋ ਲੱਗ ਰਿਹਾ ਕਿ ਉਹਨਾਂ ਦਾ ਫੋਨ ਕੱਟ ਗਿਆ, ਪਰ ਉਮੀਦ ਕਰਾਂਗੇ ਕਿ ਉਹ ਜਵਾਬ ਜ਼ਰੂਰ ਜਿਹੜੇ ਦਰਸ਼ਕਾਂ ਤੱਕ ਔਰ ਪੰਜਾਬ ਦੇ ਲੋਕਾਂ ਤੱਕ ਪਹੁੰਚੇ। ਮੇਰੇ ਕੋਲ ਸਮਾਂ ਜੇ ਨਹੀਂ ਸੀ, ਮੈਂ ਸਾਰੇ ਮਹਿਮਾਨਾਂ ਤੋਂ ਇਜਾਜ਼ਤ ਚਾਹੂੰਗਾ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ।